The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸੁੰਦਰ ਸ਼ਾਮ ਅਰੋੜਾ ਨੇ ਜਲੰਧਰ 'ਚ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ। ਸੂਬੇ ਦੇ ਉਦਯੋਗਾਂ ਨੂੰ ਦੁਬਾਰਾ ਉੱਭਰਨ ਦਾ ਦਿੱਤਾ ਭਰੋਸਾ। ਸ਼੍ਰੋਮਣੀ ਅਕਾਲੀ ਦਲ ਵਰਕਰ ਦੇ ਕਾਤਲ ਨੇ ਕੀਤਾ ਅਦਾਲਤ 'ਚ ਸਰੈਂਡਰ। ਅਦਾਲਤ ਨੇ ਗੁਰਦੀਪ ਸਿੰਘ ਨੂੰ ਭੇਜਿਆ 2 ਦਿਨ ਦੀ ਪੁਲਿਸ ਰਿਮਾਂਡ ਤੇ। ਲੁਧਿਆਣਾ 'ਚ ਬੀਤੇ ਦਿਨ ਹੋਈ ਗੈਂਗਵਾਰ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ। ਭਰਾ ਤੇ ਹੋਏ ਹਮਲੇ ਦਾ ਲਿਆ ਬਦਲਾ। ਤਰਨਤਾਰਨ ਵਿਖੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ। ਆਪਣੀਆਂ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਐਸਡੀਐਮ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜਲੰਧਰ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਉੱਤੇ ਉਹਨਾਂ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਫਤਿਹ ਲਾਕਡਾਊਨ ਦੇ ਬਾਅਦ ਰਾਜ ਦੇ ਉਦਯੋਗਾਂ ਨੂੰ ਦੁਬਾਰਾ ਉੱਭਰਨ ਨੂੰ ਯਕੀਨੀ ਬਣਾਵੇਗਾ। ਅੱਜ ਸਰ ਜਿਹੜੀਆਂ ਲਾਕਡਾਊਨ ਦੇ ਦੌਰਾਨ ਜਿਹੜੀਆਂ ਮੁਸ਼ਕਲਾਂ ਇੰਡਸਟਰੀ ਨੂੰ ਆਈਆਂ, ਜਾਂ ਕੋਈ ਲੇਬਰ ਪ੍ਰੋਬਲਮ ਸੀ ਜਾਂ ਕੁਝ ਪ੍ਰੋਬਲਮ ਸੀ, ਉਹਨਾਂ ਨੂੰ ਮੈਂ ਇੰਡਸਟਰੀ ਨਾਲ ਰੂਬਰੂ ਹੋਣ ਲਈ ਸਾਰੇ ਡਿਸਟ੍ਰਿਕਟ ਦਾ ਦੌਰਾ ਕੀਤਾ। ਪਹਿਲਾਂ ਮੈਂ ਲੁਧਿਆਣੇ ਸੀ, ਹੁਣ ਮੈਂ ਜਲੰਧਰ ਆਇਆ। ਮੇਰੇ ਐਮਐਲਏ ਸਾਹਿਬ ਨੇ ਪ੍ਰੋਬਲਮ ਦੱਸੀਆਂ ਸੀ, ਅੱਜ ਮੈਂ ਇੰਡਸਟਰੀ ਨੂੰ ਮਿਲ ਕੇ ਸੁਣੀਆਂ ਨੇ। ਕੁਝ ਅਮੈਂਡਮੈਂਟ ਜੋ ਐਮਐਲਏ ਸਾਹਿਬ ਨੇ ਰਿਕਮੈਂਡੇਸ਼ਨ ਭੇਜੀ ਸੀ ਉਹ ਅਸੀਂ ਕਰ ਦਿੱਤੀਆਂ ਨੇ। ਇਹਦੇ ਲੇਬਰ ਲਾ ਦੀ ਸੀ, ਕੁਝ ਅੱਜ ਹੋਰ ਵੀ। ਇੱਕੋ ਪ੍ਰੈਸ ਦੱਸੋ ਜਿਹੜਾ ਅੱਜ ਰਿਲੀਜ਼ ਕੀਤਾ, ਮੈਂ ਪੜ੍ਹ ਰਿਹਾ ਸੀ। ਕੁਛ ਅਸੀਂ ਫੈਸਿਲਿਟੀਜ਼ ਦਿੱਤੀਆਂ ਹੈਗੀਆਂ ਨੇ, ਕੁਛ ਜਿਹੜੀਆਂ ਇਹਨਾਂ ਨੇ ਬਾਕੀ ਜਾਣੂ ਕਰਾਇਆ ਉਹ ਵੀ ਬਹੁਤ ਜਲਦ ਜੋ ਸਟੇਟ ਲੈਵਲ ਤੇ ਹੈਗੀਆਂ ਉਹਨੂੰ ਅਸੀਂ ਓਕੇ ਕਰਾਂਗੇ, ਠੀਕ ਕਰਾਂਗੇ ਸੀਐਮ ਸਾਹਿਬ ਦੀ ਪਰਮਿਸ਼ਨ ਦੇ ਨਾਲ। ਸਰ ਹਰ ਜਗ੍ਹਾ ਦੀ ਅਲੱਗ-ਅਲੱਗ ਪ੍ਰੋਬਲਮ ਸੀ। ਲੁਧਿਆਣੇ ਦੀ ਅਲੱਗ ਹੈ, ਜਲੰਧਰ ਦੀ ਅਲੱਗ ਸੀ, ਪਰ ਫਿਰ ਵੀ ਉਮੀਦ ਕਰਦੇ ਹਾਂ ਹੁਣ ਸਾਨੂੰ ਉਹਨਾਂ ਦੇ ਵਾਪਸੀ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਅਸੀਂ ਪੰਜਾਬ 'ਚ ਆਉਣਾ ਚਾਹੁੰਦੇ ਹਾਂ। ਪਰਸੋਂ ਮੈਂ ਰੇਲਵੇ ਮਿਨਿਸਟਰ ਨੂੰ ਲਿਖਿਆ ਕਿ 3 ਟ੍ਰੇਨਾਂ ਸਪੈਸ਼ਲ ਚਲਾਈਆਂ ਜਾਣ ਕਿ ਜਿਹੜੀ ਸਾਡੀ ਲੇਬਰ ਵਾਪਸ ਆਉਣਾ ਚਾਹੁੰਦੀ ਹੈ ਉਹ ਆ ਸਕੇ। ਜਿਹੜੇ ਨੇੜੇ ਤੋਂ ਸੀਗੇ ਉੱਥੇ ਅਸੀਂ ਬੱਸਿਸ ਭੇਜੀਆਂ ਨੇ, ਉਹ ਉਹਨਾਂ 'ਚ ਵਾਪਸ ਆ ਰਹੇ ਨੇ। ਮੈਨੂੰ ਉਮੀਦ ਹੈ ਕਿ ਮਹੀਨੇ ਦੇ ਅੰਦਰ ਜਿਹੜੀ ਸਾਡੀ ਲੇਬਰ ਹੈ ਉਹ ਵਾਪਸ ਆ ਜਾਏਗੀ। ਤੇ ਸਰ 10 ਲੱਖ ਤਾਂ ਰਜਿਸਟ੍ਰੇਸ਼ਨ ਸੀਗੀ, ਉਹਦੇ 'ਚੋਂ 50% ਤਾਂ ਗਈ ਨਹੀਂ। ਜਿੱਦਾਂ ਇੰਡਸਟਰੀ ਖੁੱਲ੍ਹੀ ਉਹ ਕੰਮ ਕਰਨ ਲੱਗ ਗਈ। ਜਿੰਨੀ ਕੁ ਗਈ ਸੀ ਉਹਦੇ ਵਿੱਚੋਂ ਵੀ ਕਾਫੀ ਜਿਹੜੀ ਹੈ ਵਾਪਸ ਆ ਰਹੀ ਹੈ। ਔਰ ਉਹਨਾਂ ਨੇ ਆਪਣੀ ਇੰਡਸਟਰੀ ਜਿੱਥੇ ਉਹ ਕੰਮ ਕਰਦੇ ਸੀ ਉਹਨਾਂ ਨੂੰ ਫੋਨ ਕੀਤੇ ਨੇ ਕਿ ਅਸੀਂ ਆਉਣਾ ਚਾਹੁੰਦੇ। ਜਿਹੜੇ ਕੋਈ ਬੱਸਾਂ ਭੇਜ ਕੇ ਮੰਗਵਾ ਰਹੇ ਨੇ, ਹੁਣ ਉਮੀਦ ਹੈ ਕਿ ਟ੍ਰੇਨ ਸ਼ੁਰੂ ਹੋ ਜਾਣਗੀਆਂ ਤੇ ਬਹੁਤ ਜਲਦ ਜਿਹੜੀ ਲੇਬਰ ਹੈ ਉਹ ਵਾਪਸ ਆ ਜਾਏਗੀ। ਸਰ ਜੀਐਸਟੀ ਦੀ ਪ੍ਰੋਬਲਮ ਸਾਡੀ ਵੀ ਹੈ, ਅਸੀਂ ਰੋਜ਼ ਰੌਲਾ ਪਾਉਂਦੇ। ਅਸੀਂ ਜਿਹੜੀ ਅਪੋਜੀਸ਼ਨ ਸਾਡੇ ਤੇ ਕਹਿੰਦੀ ਨਾ ਇੰਡਸਟਰੀ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਨਾਲ ਚੱਲੋ, ਅਸੀਂ ਉੱਤੇ ਮੋਦੀ ਜੀ ਕੋਲ ਜਾਈਏ। ਇੰਨੇ ਮਹੀਨਿਆਂ ਦੀ ਸਾਡੀ ਜੀਐਸਟੀ ਰਿਫੰਡ ਹੈਗੇ ਨੇ ਵੀ ਤੁਹਾਨੂੰ ਦਿਓ, ਅਸੀਂ ਸਟੇਟ ਕਿੱਦਾਂ ਚਲਾਉਣੀ। ਅਸੀਂ ਰੋਜ਼ ਮੰਗ ਕਰਦੇ ਹਾਂ। ਮੁੱਖ ਮੰਤਰੀ ਜੀ ਸਾਡੇ ਸੀਐਮ ਸਾਹਿਬ ਮਾਨਯੋਗ, ਉਹ ਡੇਲੀ ਵੀਸੀ ਕਰਦੇ ਨੇ। ਪ੍ਰਾਈਮ ਮਿਨਿਸਟਰ ਨਾਲ 2 ਕਿ 3 ਵਾਰ ਵੀਸੀ ਹੋਈ ਹੈ। ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਜਿੰਨੇ ਸਾਡੇ ਜੀਐਸਟੀ ਰਿਫੰਡ ਹੈਗੇ ਨੇ ਉਹ ਸਾਨੂੰ ਦੇਣ, ਤਾਂ ਜੋ ਅਸੀਂ ਅੱਗੇ ਜਿਹੜੀ ਇੰਡਸਟਰੀ ਹੈ ਇਸ ਟਾਈਮ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ। ਔਰ ਅਸੀਂ ਜਿਹੜੀ ਮੰਗ ਕੀਤੀ ਹੈ, ਉਹਨਾਂ ਨੇ 20 ਲੱਖ ਕਰੋੜ ਦੇ ਪੈਕੇਜ ਦੀ ਜਿਹੜੀ ਗੱਲ ਕੀਤੀ ਹੈ, ਉਹਦੇ ਵਿੱਚ ਜੋ ਅਸੀਂ ਦੇਖਿਆ, ਮਾਨਯੋਗ ਇੰਡਸਟਰੀ ਵਾਲਿਆਂ ਨੇ ਵੀ ਦੇਖਿਆ, ਸਾਡੇ ਐਮਐਲਏ ਸਾਹਿਬ ਵੀ ਉਹਦੇ ਤੇ ਬੋਲ ਰਹੇ ਸੀ, ਉਹਦੇ ਵਿੱਚ ਸਿਵਾਏ ਲੋਨ ਤੋਂ ਕੁਝ ਨਹੀਂ ਹੈ। ਅਸੀਂ ਜਿਹੜੀ ਮੰਗ ਕੀਤੀ ਉਹਨਾਂ ਤੋਂ ਕਿ ਮਿਨੀਮਮ 6 ਮੰਥ ਦਾ ਜਿਹੜਾ ਬੈਂਕ ਇੰਟਰਸਟ ਹੈ ਇਹਨਾਂ ਇੰਡਸਟਰੀ ਦਾ ਮਾਫ ਕੀਤਾ ਜਾਏ। ਇਹ ਅਸੀਂ ਡਿਮਾਂਡ ਕੀਤੀ। ਯਾਰ ਇੰਡਸਟਰੀ ਦੀ ਗੱਲ ਕਰੀਏ, ਇੰਡਸਟਰੀ ਦੀ ਗੱਲ ਕਰੀਏ, ਨੋ ਕਮੈਂਟਸ, ਇੰਡਸਟਰੀ ਦੀ ਗੱਲ ਕਰੋ। 25 ਮਈ ਨੂੰ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਸੇਧ ਮੁਬਾਰਕ ਵਿੱਚ ਇੱਕ ਵਕੀਲ ਵੱਲੋਂ ਪਿੰਡ ਦੇ 3 ਨੌਜਵਾਨਾਂ ਉੱਤੇ ਗੋਲੀਆਂ ਦਾਗ ਦਿੱਤੀਆਂ ਗਈਆਂ ਸਨ ਅਤੇ ਉਹਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਜੋ ਅਕਾਲੀ ਦਲ ਪਾਰਟੀ ਦਾ ਆਗੂ ਸੀ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਉੱਥੇ ਹੀ ਇਸ ਕੇਸ ਵਿੱਚ ਫਰਾਰ ਮੁੱਖ ਆਰੋਪੀ ਵਕੀਲ ਨੇ ਅੱਜ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਹੈ। ਜ਼ਿਲ੍ਹਾ ਬਟਾਲਾ ਪੁਲਿਸ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੇ ਤਹਿਤ ਪੁਲਿਸ ਵੱਲੋਂ ਪੁਲਿਸ ਥਾਣਾ ਸਦਰ ਵਿੱਚ ਆਰੋਪੀ ਵਕੀਲ ਗੁਰਦੀਪ ਸਿੰਘ, ਉਸ ਦੀ ਪਤਨੀ, ਪਿਤਾ ਜੋਗਿੰਦਰ ਸਿੰਘ, ਮਾਂ ਕੁਲਵੰਤ ਕੌਰ ਸਮੇਤ 5 ਲੋਕਾਂ ਦੇ ਖਿਲਾਫ 302, 307, 148,
149 ਧਾਰਾ ਦੇ ਤਹਿਤ ਆਰਮਜ਼ ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜੋਗਿੰਦਰ ਸਿੰਘ ਨੂੰ ਗ੍ਰਿਫਤਾਰੀ ਕਰ ਲਈ ਗਈ ਸੀ ਉਸਦੀ, ਜਦੋਂ ਕਿ ਮੁੱਖ ਆਰੋਪੀ ਵਕੀਲ ਗੁਰਦੀਪ ਸਿੰਘ ਫਰਾਰ ਸੀ ਅਤੇ ਹੁਣ ਉਸ ਦੇ ਵੱਲੋਂ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਗਿਆ ਹੈ ਅਤੇ ਅਦਾਲਤ ਵੱਲੋਂ ਗੁਰਦੀਪ ਸਿੰਘ ਨੂੰ 2 ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਹੁਣ ਉਹਨਾਂ ਵੱਲੋਂ ਆਰੋਪੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਆਰੋਪੀ ਵੀ ਛੇਤੀ ਗ੍ਰਿਫਤਾਰ ਕੀਤੇ ਜਾਣਗੇ। ਆਪਣੇ 25 ਮਈ ਨੂੰ 302 IPC ਦਾ ਮੁਕੱਦਮਾ ਥਾਣਾ ਸਦਰ ਬਟਾਲੇ ਦੇ ਵਿੱਚ ਹੀ ਦਰਜ ਹੋਇਆ ਸੀਗਾ, ਜਿਹਦੇ ਵਿੱਚ ਇੱਕ ਦੋਸ਼ੀ ਪਿੰਡ ਪੁਲੀਆਂ ਇਹ ਕਤਲ ਹੋਇਆ ਸੀ ਪਿੰਡ ਪੁਲੀਆਂ ਸਦਰ ਬਟਾਲੇ 'ਚ। ਇੱਕ ਦੋਸ਼ੀ ਅਸੀਂ ਦੂਸਰੇ ਦਿਨ ਜਿਹੜਾ ਗ੍ਰਿਫਤਾਰ ਕਰ ਲਿਆ ਜੋਗਿੰਦਰ ਸਿੰਘ, ਔਰ ਜਿਹੜਾ ਗੋਲੀ ਮਾਰਨ ਵਾਲਾ ਵਿਅਕਤੀ ਸੀਗਾ ਗੁਰਦੀਪ ਸਿੰਘ, ਜਿਹਨੇ ਅੱਜ ਕੋਰਟ ਦੇ ਵਿੱਚ ਸਰੈਂਡਰ ਕੀਤਾ, ਜਿਹਦੀ ਵੀ ਅਸੀਂ ਅੱਜ ਗ੍ਰਿਫਤਾਰੀ ਪਾ ਕੇ 2 ਦਿਨ ਦੇ ਪੁਲਿਸ ਰਿਮਾਂਡ ਤੇ ਲਿਆਂਦਾ। ਇਹ ਵੀ ਸਾਡੀ ਅਜੇ ਦੀ ਇੱਕ ਅਹਿਮ ਪ੍ਰਾਪਤੀ ਹੈਗੀ ਆ। ਬਹੁਤ ਦਿਨਾਂ ਤੋਂ 25 ਤਰੀਕ ਤੋਂ ਅਸੀਂ ਉਹਦੇ ਮਗਰ ਲੱਗੇ ਸੀਗੇ ਤੇ ਕਾਫੀ ਉਹਤੇ ਅਸੀਂ ਜਿਹੜਾ ਪ੍ਰੈਸ਼ਰ ਬਿਲਡਅਪ ਕੀਤਾ ਸੀ ਤੇ ਉਹਨੇ ਅਦਾਲਤ ਵਿੱਚ ਸਰੈਂਡਰ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਉਹਦਾ ਵੀ ਹਾਸਲ ਕੀਤਾ ਸੀ। ਉਹ ਇਹਦਾ ਫਾਦਰ ਹੀ ਸੀਗਾ ਜੋਗਿੰਦਰ ਸਿੰਘ ਜੀ, ਉਹਨੂੰ ਜੇਲ੍ਹ ਭੇਜ ਦਿੱਤਾ ਸੀਗਾ ਜੀ। ਮੁਕੱਦਮੇ ਦੇ ਵਿੱਚ ਟੋਟਲ 5 ਜਣੇ ਨੇ ਇਸ ਮੁਕੱਦਮੇ 'ਚ। ਇੱਕ ਇਹਦੀ ਮਦਰ ਹੈਗੀ ਕੁਲਵੰਤ ਕੌਰ, ਇੱਕ ਇਹਦੀ ਵਾਈਫ ਹੈਗੀ ਆ ਰੁਪਿੰਦਰ ਕੌਰ ਤੇ ਇੱਕ ਇਹਦੀ ਭਰਜਾਈ ਆ ਕੁਲਵਿੰਦਰ ਕੌਰ ਦੀ। ਉਹ ਰਹਿੰਦੇ ਗ੍ਰਿਫਤਾਰ ਕਰਨ ਵਾਲੇ ਆ। ਲੁਧਿਆਣਾ ਵਿੱਚ ਕਰੋਨਾ ਦੇ ਕਹਿਰ ਦੇ ਨਾਲ-ਨਾਲ ਕੁੱਟਮਾਰ ਅਤੇ ਕਤਲ ਦੀਆਂ ਵਾਰਦਾਤਾਂ ਵੀ ਵਧਦੀਆਂ ਜਾ ਰਹੀਆਂ ਨੇ। ਲੁਧਿਆਣਾ 'ਚ ਪੁਰਾਣੀ ਦੁਸ਼ਮਣੀ ਦੇ ਚੱਲਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤੱਕ ਪੁਲਿਸ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਹੈ। कोरोना वायरस महामारी दरमियान लुधियाना दे विच बीते दिन होई गैंगवार च पुलिस वालों हाले तक किसी नूं गिरफ्तार नहीं किया गया है, जदों कि बीते दिन होई शिमलापुरी च गैंगवार च रमनदीप नां दे व्यक्ति का कतल कर दिता गया सी, जदों कि उसका एक होर साथी गगनदीप सिविल हस्पताल च काफ़ी गंभीर है। बदमाशां वालों बेकसूर का कतल कर दिता गया, जदों कि हस्पताल च जेरे इलाज गगन की ਉਂਗਲ वड़ दी गई सी। हमले तो बाद हमला करने वालिਆਂ ने अपने भरा का बदला लैण बारे जानकारी देण लई फोन भी किया ते दोवां नूं मरिया समझ के उत्थों चले गए। मृतक की मां ने दस्सिया कि गगन दी किसी नाल पुरानी दुश्मनी सी अते 2017 विच इन्हां दा कोई झगड़ा होया सी, जिस विच उस नूं 3 साल की सज़ा हुई सी अते सज़ा कट्टण तो बाद जदों ओह वापस परतिया तां उस दा विआह भी कर दिता गया अते ओह हुण सुधर चुक्या सी। पर बीते दिन उन्हां बदमाशां वल्लों बदला लैण लई मुड़ तो उन्होंने किसी तीजे नौजवान तो फोन करवाया ते इन्हां दोवां नूं बुलाया ਅਤੇ ਫਿਰ ਬੇਰਹਿਮੀ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਰਮਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨ ਗੰਭੀਰ ਹਾਲਤ 'ਚ ਹਸਪਤਾਲ 'ਚ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਹ ਜੀ ਇਹ ਕਾਰਨ ਇਹ ਸੀ 2017 ਵਿੱਚ ਬੇਟੇ ਇਹਨਾਂ ਦੀ ਲੜਾਈ ਹੋਈ ਹੈ। ਉਸ ਤੋਂ ਬਾਅਦ ਇਹ ਜੇਲ੍ਹ ਚਲੇ ਗਏ ਨੇ, 3 ਸਾਲ ਜੇਲ੍ਹ ਕੱਟ ਕੇ ਆ ਗਏ। ਉਸ ਤੋਂ ਬਾਅਦ ਜੇਲ੍ਹ ਕੱਟ ਕੇ ਆ ਕੇ ਇਹ ਬੇਟੇ ਨੂੰ 1.5 ਸਾਲ ਘਰੇ ਆਏ ਨੂੰ ਹੋ ਗਿਆ ਤੇ 6 ਮਹੀਨੇ ਨੂੰ ਵਿਆਹ ਨੂੰ ਹੋ ਗਿਆ। ਮੇਰਾ ਬੇਟਾ ਸੁਧਰਿਆ ਆਇਆ ਸੀ ਪੱਖੋਂ ਕਿ ਮੇਰਾ ਬੇਟਾ ਵਿਆਹਿਆ ਹੋਇਆ, ਅਗਰ ਆਪਣੀ ਘਰੋਂ ਮਿਲਣ ਆਇਆ, ਘਰ ਤੋਂ ਮਿਲਣ ਆਇਆ, ਅਗਰ ਅੱਗੇ ਇੱਥੇ ਆ ਗਏ ਇਹਦਾ ਦੋਸਤ ਦੀ ਡੈਥ ਹੋ ਰਹੀ ਹੈ, ਕਾਲੀ ਮੁੰਡਾ ਨਾਲ ਇਹਨਾਂ ਦਾ ਕੇਸ ਵਾਰ ਉਹਦੀ ਡੈਥ ਹੋ ਗਈ ਹੈ। ਇਹ ਚੱਲੇ ਨੇ ਉਹਦੇ ਘਰ, ਅੱਗੋਂ ਜਿਹੜਾ ਮੁੰਡਾ ਇਹਨਾਂ ਦੀ ਮੁੰਡਾ ਸੀ ਉਹ ਇਹਨਾਂ ਨੇ ਚੱਕ ਕੇ ਉਹਨੂੰ ਮਾਰਿਆ ਹੈ, ਕੁੱਟਿਆ ਹੈ, ਬਹੁਤ ਕੁਛ ਉਹਨੂੰ ਡਰਾਵੇ ਦਿੱਤੇ, ਧਮਕਾਇਆ ਹੈ ਕਿ ਤੈਨੂੰ ਇਹ ਕਰ ਦਾਂਗੇ, ਤੈਨੂੰ ਇੱਦਾਂ ਕਰ ਦਾਂਗੇ, ਤੂੰ ਸਾਨੂੰ ਦੱਸ। ਠੀਕ ਹੈ, ਉਧਰੋਂ ਮੁੰਡੇ ਦੇ ਵਿੱਚ ਹੋ ਜਾਂਦਾ, ਮੰਨ ਕੇ ਚੱਲੋ ਉਹ ਡੈਥ ਹੋ ਜਾਂਦੀ ਹੈ, ਉਹਦਾ ਵਿੱਚ ਬਹਾਨਾ ਬਣ ਗਿਆ। ਇਹ ਪਤਾ ਲੈਣ ਉਹਦੇ ਡੈਡੀ ਦੇ ਮੱਥੇ ਲੱਗਣ ਆ ਰਹੇ ਸੀ, ਡੈਡੀ ਦੇ ਮੱਥੇ ਲੱਗਣ ਆ ਰਹੇ ਤੇ ਉਹ ਮੁੰਡੇ ਨੂੰ ਜਿਹਨੂੰ ਇਹਨਾਂ ਨੇ ਚੱਕਿਆ ਸੀ, ਉਹ ਮੁੰਡੇ ਨੇ ਇਹਨਾਂ ਤੋਂ ਫੋਨ, ਉਹਨਾਂ ਨੇ ਕੰਚੇ ਹੋਣਾ ਨੇ ਮੇਰੇ ਮੁੰਡੇ ਨੂੰ ਫੋਨ ਕਰਾਇਆ, ਰਮਨ ਨਿਆਣਾ ਜਿਹਾ ਬੇਟਾ 18 ਕੁ ਸਾਲ ਦਾ, ਉਹਦੇ ਤੋਂ ਫੋਨ ਕਰਾਇਆ ਕਿ ਤੂੰ ਇਹਨੂੰ ਗਗਨ ਨੂੰ ਬੁਲਾ। ਇਹ ਅੱਗੇ 25-30 ਬੰਦੇ ਨੇ ਜਿਹੜੇ ਤਾਂ ਜਿਨ੍ਹਾਂ ਨੇ ਇਹਨਾਂ ਦਾ ਲੜਾਈ ਪਹਿਲਾਂ ਕੀਤੀ ਹੈ, ਉਸ ਤੋਂ ਨਾਲ ਜਿਹੜੇ ਵੀ ਮਤਲਬ ਕਿ ਹੋਰ ਨੇ ਫਾਲਤੂ ਬੰਦੇ, ਉਹ ਸਾਰੇ 15-20 ਜਣੇ ਨੇ। ਇਹਨਾਂ ਜੀ ਆ ਕੇ ਤੇਜਾ ਸਕੂਲ ਮਠਾੜੂ ਚੌਂਕ ਨੂੰ ਮੋੜਦਿਆਂ ਮੇਰੇ ਬੇਟਾ ਉੱਧਰ ਜਦੋਂ ਚੱਲਿਆ ਪਤਾ ਲੈਣ ਚੱਲਿਆ, ਉਹਦਾ ਡੈਥ ਹੋਈ ਹੈ, ਉਹਦੇ ਮਰੇ ਤੇ ਜਾਣ ਲੱਗੇ ਆ। ਇਹ ਮੁੰਡੇ ਨੂੰ ਧੋਖੇ ਨਾਲ ਬੁਲਾ ਕੇ ਇਹਨਾਂ ਨੇ ਇੱਥੇ ਮੇਰੇ ਮੁੰਡੇ ਦੇ ਗਲ ਮਰਨੋਂ ਆਊ, ਇੱਕ ਮੁੰਡਾ ਮਾਰ ਦਿੱਤਾ, ਇੱਕ PGI ਹੈ। ਮੇਰੇ ਘਰ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਵਾ, ਉਹਦੇ ਨਾਲ ਦਾ ਮੁੰਡਾ ਉਹਦੀ ਡੈਥ ਹੋ ਗਈ ਆ, ਮੇਰੇ ਘਰ ਵਾਲਾ ਮਰਨ ਵਾਲਾ ਹਸਪੀਟਲ 'ਚ ਪਿਆ ਵਾ। ਜੇ ਇਨਸਾਫ ਨਾ ਮਿਲਿਆ ਅਸੀਂ ਜਿੱਥੇ ਤੱਕ ਪਹੁੰਚਾਂਗੇ। ਉਹ ਸਰ ਇੰਨਾ ਨਹੀਂ ਜਾਣਦੇ ਹੈਗੇ, ਪਰ ਮੇਰੇ ਹਸਬੈਂਡ ਦੇ ਨਾਲ ਸੀ, ਉਹਦੀ ਰਾਤ PGI ਦੀ ਡੈਥ ਹੋ ਗਈ ਆ। ਮੇਰੇ ਘਰ ਵਾਲਾ ਹਸਪੀਟਲ 'ਚ ਪਿਆ ਵਾ, ਮਰਨ ਕਿਨਾਰੇ ਪਿਆ ਵਾ।
ਸਰ ਸਾਨੂੰ ਇਨਸਾਫ ਚਾਹੀਦਾ, ਉਹ ਵੀ ਛੇਤੀ। ਉਧਰ ਦੂਜੇ ਪਾਸੇ ਥਾਣਾ ਸ਼ਿਮਲਾਪੁਰੀ ਵਿੱਚ ਸੋਨੂ ਕਾਂਚਾ ਅਤੇ ਕਾਂਚਾ ਕੁਮਾਰ ਸਣੇ 15 ਅਣਪਛਾਤਿਆਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। 2017 ਵਿੱਚ ਗਗਨ ਵੱਲੋਂ ਸੋਨੂ ਕਾਂਚਾ ਦੇ ਭਰਾ ਤੇ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਜ਼ਾ ਵੀ ਹੋਈ ਸੀ ਅਤੇ ਬਦਲਾ ਲੈਣ ਦੀ ਫਿਰਾਕ 'ਚ ਇਸ ਪੂਰੀ ਗੈਂਗਵਾਰ ਨੂੰ ਅੰਜਾਮ ਦਿੱਤਾ ਗਿਆ। ਉਹ 1 ਤਰੀਕ ਰਾਤ ਨੂੰ 10-11 ਵਜੇ ਦੇ ਕਰੀਬ ਲੜਾਈ ਹੋਈ ਸੀ। ਪੁਰਾਣੀ ਰੰਜਿਸ਼ ਤੇ ਚੱਲਦੇ ਸੀ। 2017 ਦੇ ਵਿੱਚ ਕੇਸ ਰਜਿਸਟਰ ਸੀ, ਉਹਦੇ ਵਿੱਚ ਇਹ ਬੰਦੇ ਅੰਦਰ ਰਹਿ ਕੇ ਆਏ ਸੀ, ਬੇਲ ਤੇ ਆਏ ਸੀ ਤੇ ਇਹਨਾਂ ਦੇ ਦੂਜੇ ਗਰੁੱਪ ਨਾਲ ਲੜਾਈ ਹੋ ਗਈ ਤੇ ਉਹਦੇ 'ਚ ਗਗਨਦੀਪ ਹੈ, ਉਹ ਐਡਮਿਟ ਹੈ ਤੇ ਜਿਹੜਾ ਦੂਸਰਾ ਰਮਨਦੀਪ ਸੀਗਾ ਉਹਦੀ ਡੈਥ ਹੋ ਗਈ ਕੱਲ੍ਹ 2 ਤਰੀਕ ਨੂੰ। ਅਸੀਂ 1 ਤਰੀਕ ਰਾਤ ਦੀ ਗੱਲ ਹੈ, ਰਾਤ ਨੂੰ ਲੜਾਈ ਹੋਈ ਹੈ। 2 ਤਰੀਕ ਨੂੰ ਮਾਰਨਿੰਗ ਅਸੀਂ ਕੇਸ ਰਜਿਸਟਰ ਕਰਤਾ ਸੀ ਔਰ ਕੱਲ੍ਹ ਨੂੰ 302 ਵਿੱਚ ਵਾਧਾ ਕਰਤਾ। ਸਰ ਹਥਿਆਰਾਂ ਵੀ ਵਾਰਦਾਤ ਕਿਤੇ ਉਂਗਲ ਵੀ ਕੱਟੀ ਗਈ ਹੈ, ਲੇਕਿਨ ਉਹ ਹਾਂ ਤੇਜ਼ਧਾਰ ਹਥਿਆਰ ਸੀ ਇਹਨਾਂ ਕੋਲ, ਟੋਕੇ ਵਗੈਰਾ। ਰਿਪੋਰਟਿੰਗ ਵਗੈਰਾ ਪੁੱਛ ਕੋਲ ਉਹ ਇਨਵੈਸਟੀਗੇਸ਼ਨ ਜਾਰੀ ਹੈ ਜੀ, ਅਸੀਂ ਕਰ ਰਹੇ ਹਾਂ ਜੀ ਸਾਰਾ। ਉਸ ਜੋ ਕਲੂ ਸਾਨੂੰ ਮਿਲਦਾ ਅਸੀਂ ਲੱਗੇ ਹੋਏ ਹਾਂ ਇਨਵੈਸਟੀਗੇਸ਼ਨ ਦਾ ਦੋਸ਼ੀ ਹੱਥ 'ਚ ਕਾਬੂ ਆਇਆ ਵੀ ਨਹੀਂ ਫੜ ਲਾਂਗੇ, ਅਜੇ ਤੱਕ ਫੜਿਆ ਕੋਈ ਨਹੀਂ। ਕੇਸ ਸਾਰਿਆਂ ਦੇ ਬਾਈ ਨੇਮ ਰਜਿਸਟਰ ਹੈ। ਜ਼ਿਕਰ ਖਾਸ ਹੈ ਕਿ ਅਕਸਰ ਹੀ ਪੰਜਾਬ ਵਿੱਚ ਅਜਿਹੇ ਮਾਮਲੇ ਦੇਖਣ ਤੇ ਸੁਣਨ ਨੂੰ ਮਿਲਦੇ ਨੇ ਜੋ ਕਿ ਅਕਸਰ ਪੰਜਾਬ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਕਈ ਸਵਾਲਾਂ ਨਿਸ਼ਾਨ ਖੜੇ ਕਰਦੇ ਨੇ। ਅਜਿਹੇ 'ਚ ਲੋੜ ਹੈ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਬਣਾਉਣਾ ਚਾਹੀਦਾ ਹੈ। ਲੁਧਿਆਣਾ ਤੋਂ ਪੱਤਰਕਾਰ ਪ੍ਰਦੀਪ ਭੰਡਾਰੀ ਦੀ ਰਿਪੋਰਟ। ਸੂਬੇ ਅੰਦਰ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ। ਤਾਜ਼ਾ ਮਾਮਲਾ ਤਰਨਤਾਰਨ ਦੇ ਸ਼ਹਿਰ ਪੱਟੀ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਵਾਰਡ ਨੰਬਰ 15 ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਬੀਤੀ ਰਾਤ ਕੋਰੋਨਾ ਮਹਾਮਾਰੀ ਕਾਰਨ ਮੌਤ ਹੋ ਗਈ। ਸਤਨਾਮ ਸਿੰਘ ਨੂੰ 3 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ। ਇਸ ਤੋਂ ਬਾਅਦ ਇਲਾਜ ਦੌਰਾਨ ਬੀਤੀ ਦੇਰ ਰਾਤ ਸਤਨਾਮ ਸਿੰਘ ਨੇ ਦਮ ਤੋੜ ਦਿੱਤਾ। ਐਸਡੀਐਮ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਨਾਮ ਸਿੰਘ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਉੱਥੇ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਪੇਸ਼ੈਂਟ ਜਿਹੜਾ ਕੱਲ ਕੋਈ ਡਿਸੀਜ਼ ਆਈ ਸੀ, ਉਹਨਾਂ ਨੂੰ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਸੀ, ਪੱਟੀ ਤੋਂ ਸੀ ਸਤਨਾਮ ਸਿੰਘ ਦੀ, ਔਰ ਬਾਅਦ ਚ ਡੈਥ ਉਹਨਾਂ ਦੇ ਟੈਸਟ ਦੇ ਵਿੱਚ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਉਹਨਾਂ ਦਾ ਜੋ ਅੰਤਿਮ ਸੰਸਕਾਰ ਇੱਥੇ ਜਿਹੜਾ ਸਿੱਖ ਰਸਮਾਂ ਦੇ ਮੁਤਾਬਕ ਕੀਤਾ ਗਿਆ ਔਰ ਉਹਦੇ ਵਿੱਚ ਜਿਸ ਤਰ੍ਹਾਂ ਡੀਸਾ ਨੇ ਡਿਊਟੀ ਲਗਾਈ ਸੀ, ਪੂਰਾ ਵਿਧੀ ਦਾ, ਪਰੰਪਰਾਵਾਂ ਦਾ, ਧਾਰਮਿਕ ਪਰੰਪਰਾਵਾਂ ਦਾ ਪੂਰਾ ਧਿਆਨ ਰੱਖ ਕੇ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ। ਔਰ ਜਿਸ ਤਰ੍ਹਾਂ ਐਸਡੀ ਸਾਹਿਬ ਨੇ ਦੱਸਿਆ ਵੀ ਇਹ 'ਚ ਡਰਨ ਵਾਲੀ ਏਡੀ ਲੋੜ ਨਹੀਂ। ਲੋਕ ਜ਼ਿਆਦਾ ਆਪਣੇ ਆਪ ਦੇ ਵਿੱਚ ਡਰ ਪਾਲਦੇ ਆ, ਡਰਨ ਦੀ ਲੋੜ ਨਹੀਂ। ਜਦੋਂ ਸਾਹ ਬੰਦ ਹੋ ਗਏ ਤੇ ਕਰੋਨਾ ਗਾਹ ਨਹੀਂ ਫੈਲਦਾ। ਆਪਾਂ ਨੂੰ ਇਸ ਮਹਾਮਾਰੀ ਨਾਲ ਲੜਨ ਵਾਸਤੇ ਲੰਮੇ ਸਮੇਂ ਤੋਂ ਆਪਾਂ ਪ੍ਰਪੇਅਰ ਹੋ ਰਹੇ ਹਾਂ ਔਰ ਸਾਨੂੰ ਇਹਦੀ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਜਿਹੜਾ ਪ੍ਰਪੇਅਰ ਰਹਿਣਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਰਿਹਾ ਮੀਡੀਆ ਵਾਸਤੇ, ਮੀਡੀਆ ਨੇ ਬੜਾ ਪੋਜ਼ਿਟਿਵ ਰੋਲ ਅਦਾ ਕੀਤਾ ਔਰ ਅੱਜ ਵੀ ਮੀਡੀਆ ਨੇ ਆ ਕੇ ਇੱਥੇ ਸਮੇਂ ਸਿਰ ਆਪਣੀ ਸਾਰੀ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਕੇ ਉਹ ਲੋਕਾਂ ਤੱਕ ਪਹੁੰਚਾਈ ਹੈ। ਮੈਂ ਇਹ 'ਚ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਇਹਨੂੰ ਪਰਸੋਂ ਕੋਈ ਪ੍ਰੋਬਲਮ ਆਈ ਤੇ ਇਹ EMC ਹਸਪੀਟਲ ਅੰਮ੍ਰਿਤਸਰ ਐਡਮਿਟ ਹੋਇਆ ਸੀ। ਉੱਥੇ ਪਤਾ ਲੱਗਾ ਕਿ ਇਹਨੂੰ ਅਸਥਮਾ ਵੀ ਸੀ ਔਰ ਪਹਿਲੇ ਵੀ ਇਹਨੂੰ ਕਾਫੀ ਬਿਮਾਰੀਆਂ ਰਹੀਆਂ ਨੇ ਔਰ ਉੱਥੇ ਜਦੋਂ ਇਹਦਾ ਟੈਸਟ ਹੋਇਆ ਤੇ ਫਿਰ ਇਹ ਕਰੋਨਾ ਪੋਜ਼ਿਟਿਵ ਨਿਕਲਿਆ। ਕੱਲ੍ਹ ਇਹਦੀ ਉੱਥੇ ਡੈਥ ਹੋ ਗਈ। ਕੱਲ੍ਹ ਰਾਤੀ ਫਿਰ ਇਹਦੀ ਬੋਡੀ ਜਿਹੜੀ ਅਸੀਂ ਤਰਨਤਾਰਨ ਮੋਰਚਰੀ ਹਾਊਸ ਦੇ ਵਿੱਚ ਰੱਖੀ ਸੀ। ਅੱਜ ਸਵੇਰੇ ਇਹਦਾ ਸੰਸਕਾਰ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਜੀ ਦੀਆਂ ਹਦਾਇਤਾਂ ਮੁਤਾਬਿਕ ਸਾਡੀ ਸਾਰੀ ਟੀਮ ਮੌਜੂਦ ਸੀ। ਅਸਿਸਟੈਂਟ ਸਿਵਲ ਸਰਜਨ ਆਏ ਨੇ, ਡਾਕਟਰ ਸਾਹਿਬ ਨੇ, EO ਸਾਹਿਬ ਨੇ, ਸਾਡੇ ਵਿਨੋਦ ਕੁਮਾਰ ਪਟਵਾਰੀ ਜਿਹੜੇ ਕਿ ਬਹੁਤ ਸਾਰੀਆਂ ਲੋਕਲ ਸੰਸਥਾਵਾਂ ਨਾਲ ਜੁੜੇ ਸੀ। ਸਾਰਾ ਲੱਕੜ ਦਾ ਅਰੇਂਜਮੈਂਟ, ਸਾਰਾ ਘਿਓ ਦਾ ਜੋ ਵੀ ਲਾਸਟ ਰਾਈਟਸ ਪਰਫਾਰਮ ਕੀਤੇ ਜਾਣੇ ਸੀ ਉਹਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀ ਸਤਨਾਮ ਸਿੰਘ ਦੇ ਉਹ ਵੀ ਹਾਜ਼ਰ ਨੇ। ਉਹਨਾਂ ਨੂੰ PP ਕਿਟਸ ਪਵਾ ਕੇ ਔਰ ਇਹ ਸਾਰੀ ਜਿਹੜੀਆਂ ਕਾਰਵਾਈ ਇਹ ਕੀਤੀ ਗਈ ਆ ਔਰ ਇਸ ਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਇੱਕ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ ਫਿਰ ਸਾਹ ਆਉਣਾ ਜਦੋਂ ਬੰਦ ਹੋ ਜਾਂਦਾ ਹੈ ਤੇ ਫਿਰ ਕਰੋਨਾ ਅੱਗੇ ਫੈਲਦਾ ਨਹੀਂ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਬੰਬੀਆਂ ਤੇ ਬਿਜਲੀ ਦੇ ਮੀਟਰ ਲਗਾਏ ਜਾਣ ਦੀ ਤਜਵੀਜ਼ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਆਪਣੀ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਤਰਨਤਾਰਨ ਵਿਖੇ SDM ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸਰਕਾਰ ਦੇ ਨਾਮ SDM ਰਜਨੀਸ਼ ਅਰੋੜਾ ਨੂੰ ਸੌਂਪਿਆ ਗਿਆ। ਅੱਜ ਤਾਂ ਮੇਨ ਜਿਹੜੀ ਮੰਗ ਆ ਜੋ ਬਿਜਲੀ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਉਹਦੇ ਵਿੱਚ ਇਹ ਆਪਣੇ ਮੋਟਰਾਂ ਤੇ ਜਿਹੜੇ ਮੀਟਰ ਲਗਾ ਰਹੇ ਨੇ
ਤੇ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਇੱਕ ਹੱਥ ਸਾਨੂੰ ਬਿੱਲ ਦੇ ਦਿਓ, ਪੈਸੇ ਦੇ ਦਿਓ ਤੇ ਬਾਕੀ ਅਸੀਂ ਤੁਹਾਡੀ ਸਬਸਿਡੀਆਂ 'ਚ ਪਾ ਦੇਵਾਂਗੇ। ਪਰ ਇਹ ਸਾਨੂੰ ਵਾਰਾ ਨਹੀਂ ਖਾ ਰਿਹਾ, ਕਿਉਂਕਿ ਜਿਹੜੇ ਬੰਬੀਆਂ ਨੇ ਉਹ ਕਦੇ ਕਿਸੇ ਦਾਦੇ ਦੇ ਨਾਮ ਆ, ਕਿਸੇ ਦੇ ਪੜਦਾਦੇ ਦੇ ਨਾਮ ਆ, ਕਿਸੇ ਦੇ ਪਿਓ ਦੇ ਨਾਮ, ਜਿਹੜੇ ਕਿ ਅੱਜ ਦੁਨੀਆ ਦੇ ਵਿੱਚ ਨਹੀਂ ਹੈਗੇ। ਕਿਸੇ ਦੇ ਜਿਹੜੇ ਮਤਲਬ 50% ਤੋਂ ਜ਼ਿਆਦਾ ਜਿਹੜੇ ਮੀਟਰ ਨੇ ਉਹ ਆਪਣੇ ਬੰਬੀਆਂ ਦੇ ਕਨੈਕਸ਼ਨ ਨੇ ਉਹ ਦੂਜੇ ਦੇ ਨਾਂ 'ਤੇ ਨੇ ਤੇ ਦੂਜੇ ਦੇ ਮੋਟਰਾਂ ਚੱਲ ਰਹੀਆਂ ਨੇ। ਇਸ ਕਰਕੇ ਉਹ ਕੋਈ ਸਬਸਿਡੀ ਦਾ ਹੱਕਦਾਰ ਨਹੀਂ ਬਣ ਸਕਦਾ। ਸੋ ਇਹ ਸਾਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਤੇ ਨਾ ਹੀ ਲੱਗਣ ਦਿਆਂਗੇ। ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਹੋਰ ਜਿਹੜੀ ਮੰਗ ਚੁੱਕੂ ਕਹਿੰਦੇ ਮੰਡੀਆਂ ਵਿੱਚ ਤੋੜ ਭੱਜ ਕਰ ਰਹੀ ਆ ਸਰਕਾਰ ਤੇ ਅਸੀਂ ਨਹੀਂ ਜਿਹੜੀਆਂ ਫਸਲਾਂ ਕਹਿੰਦੇ ਜਿੱਥੇ ਮਰਜ਼ੀ ਵੇਚ ਲਓ, ਉਹ ਕਿਸਾਨ ਜਿਹੜਾ 2-2.5 ਕਿੱਲੇ ਵਾਲਾ ਜਾਂ 1 ਕਿੱਲੇ ਵਾਲਾ, ਤਕਰੀਬਨ ਸਾਡੇ ਔਸਤ 2-2.5 ਕਿੱਲੇ ਵਾਲੇ ਹੀ ਕਿਸਾਨ ਪੰਜਾਬ 'ਚ ਹੈਗੇ ਨੇ। ਜਿਹੜੇ ਕੋਈ 5-7% ਹੀ ਜਿਹੜੇ ਵੱਡੇ ਕਿਸਾਨ, ਜਿਹੜੇ ਵੱਡੇ ਫਾਰਮਰ ਨੇ, ਉਹ ਬਾਹਰ ਜਾ ਕੇ ਫਸਲ ਵੇਚ ਸਕਦੇ ਨੇ। ਇਹ ਕਿਸਾਨ 1 ਕਿੱਲੇ ਦੀ ਫਸਲ ਕਿੱਥੇ ਕਿਹੜੇ ਦੂਜੇ ਸੂਬੇ 'ਚ ਲੈ ਕੇ ਜਾ ਕੇ ਵੇਚੂਗਾ? ਸਾਨੂੰ ਇਹ ਵੀ ਮਨਜ਼ੂਰ ਨਹੀਂ। ਸਾਡਾ ਜੋ ਅੱਗੇ ਜਿਸ ਤਰ੍ਹਾਂ MSP ਚੱਲਦੀ ਆ ਉਸੇ ਤਰ੍ਹਾਂ ਹੀ ਚੱਲ ਕੇ ਸਾਡੀਆਂ ਮੰਡੀਆਂ 'ਚੋਂ ਜਿਹੜੇ ਸਾਡੀਆਂ ਫਸਲਾਂ ਚੁੱਕਣੀਆਂ ਚਾਹੀਦੀਆਂ। ਜੇ ਮੰਗਾਂ ਨਾ ਮੰਨੀਆਂ ਤਾਂ ਸਾਡਾ ਸੰਘਰਸ਼ ਜਿਹੜਾ ਹੋਰ ਵੀ ਤੇਜ਼ ਹੋ ਜਾਊਗਾ, ਕਿਉਂਕਿ ਸਾਰੇ ਹੀ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੀ ਇਸ ਪੀੜਾ ਥੱਲੇ ਆ ਗਈਆਂ ਨੇ ਤੇ ਉਹ ਸਾਰੇ ਇਕੱਠੇ ਹੋ ਕੇ 16 ਜਥੇਬੰਦੀਆਂ ਇਸ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ। ਮਤਲਬ ਮੋਦੀ ਸਰਕਾਰ ਨੇ ਕਿਸਾਨਾਂ ਵਾਸਤੇ ਕੀਤਾ ਵਾ, ਉਹ ਜਿਹੜੀਆਂ ਜਿਣਸਾਂ ਕੀਤੀਆਂ ਉਹ ਤੇ ਅਸੀਂ ਬੀਜਦੇ ਨਹੀਂ। ਦਾਲ ਮੂੰਗੀ ਉਹ ਤੇ ਕਿਸਾਨ ਕਿੰਨੀ ਕੁ ਬੀਜਦਾ ਵਾ। ਸਾਨੂੰ ਝੋਨਾ ਕਣਕ ਜਿਹੜੀ ਜ਼ਿਆਦਾ ਸਾਡੀ ਅਸੀਂ ਜ਼ਿਆਦਾ ਜਿਣਸ ਕਰਦੇ ਉਹਨਾਂ ਦਾ ਮੰਨ ਲਓ ਕੋਈ ਸਾਨੂੰ ਕੋਈ ਰੇਟ ਨਹੀਂ, ਕੋਈ ਮੁੱਲ ਨਹੀਂ, ਕੋਈ ਲੈਣਾ ਨਹੀਂ, ਕੋਈ ਪਰਾਲੀ ਦਾ ਕੋਈ ਹੱਲ ਨਹੀਂ, ਕੋਈ ਸਾਨੂੰ ਸਬਸਿਡੀ ਨਹੀਂ, ਕੋਈ ਲੈਣਾ ਦੇਣਾ ਨਹੀਂ। ਬੋਬੀਆਂ ਦੇ ਬਿੱਲ ਲਾਉਣ ਨੂੰ ਹੋਰ ਤਿਆਰ ਹੋਏ ਫਿਰਦੇ ਆ। ਸਾਨੂੰ ਕਿਸਾਨਾਂ ਨੂੰ ਤਾਂ ਦਿਨੋਂ ਦਿਨ ਨੱਪੀ ਤੁਰੇ ਜਾਣ ਦਾ। ਸਾਡੀ ਜ਼ਮੀਨ ਸਾਡੀ ਦਾ ਕਾਬਜੋਸ ਉਹ ਹੀ ਫਿਰਦੇ ਸਾਡੇ ਤੇ। ਸਾਡੀ ਕਾਹਦੀ ਜ਼ਮੀਨ ਜਾਇਦਾਦ, ਅਸੀਂ ਕਾਹਦੀ ਜ਼ਮੀਨ ਦੇ ਮਾਲਕ ਜੇ ਅਸੀਂ ਪਾਣੀ ਟਾਈਮ ਨਾਲ ਨਹੀਂ ਲਾ ਸਕਦੇ, ਅਸੀਂ ਅੱਗ ਨਹੀਂ ਲਾ ਸਕਦੇ ਜ਼ਮੀਨ ਦੇ ਵਿੱਚ। ਸਾਡੀ ਕਾਹਦੀ ਜ਼ਮੀਨ ਹੈ? ਸਾਡੇ ਘਰਾਂ ਤੇ ਵੀ ਕਬਜ਼ੇ ਕਰ ਲੈਣ। ਮੰਨ ਲਓ ਅਸੀਂ ਦੋ ਕਾ ਮੂੰਗੀ ਮੰਨ ਲਓ ਦਾਲ ਜੇ ਆਲੂ ਕਿਹੜਾ ਕਿਸਾਨ ਇੰਨੀ ਬੀਜਦਾ ਜਿਹੜਾ ਬਾਹਰ ਜਾ ਕੇ ਵੇਚ ਲੂ? ਸਾਡਾ ਝੋਨਾ ਕਣਕ ਉਹਨੂੰ ਖੁੱਲੀ ਛੁੱਟੀ ਦੇਣਾ, ਅਸੀਂ ਬਾਹਰ ਖੜ ਕੇ ਵੇਚ ਕੇ ਜਿੱਥੇ ਮਰਜ਼ੀ ਖੜ ਕੇ ਵੇਚ ਕੇ ਜਿਹੜੀ ਅਸੀਂ ਜਾਇਦਾਦ ਬੀਜਦੇ ਉਹਨੂੰ ਛੁੱਟੀ ਦੇਣ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਕਿਸਾਨਾਂ ਵੱਲੋਂ 10 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਲਈ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਇਸ ਮੌਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਸੂਬੇ ਅੰਦਰ ਲੇਬਰ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੂੰ ਨਿਸ਼ਚਿਤ ਮਿਤੀ ਤੋਂ ਪਹਿਲਾਂ ਝੋਨਾ ਲਗਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਲਈ 10 ਜੂਨ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ, ਜਿਸ ਤੋਂ ਬਾਅਦ ਕਿਸਾਨ ਯੂਨੀਅਨ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਦੱਬ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਵੱਲੋਂ ਝੋਨਾ ਲਗਾਇਆ ਗਿਆ ਹੈ, ਕਿਸੇ ਵੀ ਹਾਲਤ ਵਿੱਚ ਉਹਨਾਂ ਦੇ ਝੋਨੇ ਨੂੰ ਵਾਹੁਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਨੇ ਬੋਲਦਿਆਂ ਕਿਹਾ ਕਿ ਕਿਸਾਨਾਂ ਦੇ ਝੋਨੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਜਾਂ ਕੋਈ ਨਿਸ਼ਚਿਤ ਮਿਤੀ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨ ਤੇ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਹ ਮਸਲਾ ਜੀ ਆ ਜਿਸ ਤਰ੍ਹਾਂ ਝੋਨੇ ਦਾ 10 ਜੂਨ ਤੋਂ ਸਰਕਾਰ ਨੇ ਕੱਢਿਆ ਜੀ, ਅਸੀਂ ਤੇ 10 ਜੂਨ ਤੋਂ ਜੇ 15 ਤੇ 20 ਜੂਨ ਨੂੰ ਵੀ ਲਾਉਂਦੇ ਰਹੇ ਹਾਂ, ਪਰ ਐਤਕੀ ਮਜਬੂਰੀ ਹੈ ਵੀ ਬਾਹਰੋਂ ਲੇਬਰ ਨਹੀਂ ਆ ਰਹੀ। ਲੇਬਰ ਆ ਜਾਂ ਕੋਈ ਆਪ ਝੋਨਾ ਲਾਉਂਦਾ ਉਹਨੂੰ ਇੱਕੋ ਹੀ ਆ ਵੀ ਜੇ 4 ਦਿਨ ਪਹਿਲਾਂ ਲੱਗ ਜਾਣਗੇ ਤੇ ਉਸਦੇ ਟਾਈਮ ਨਾਲ ਝੋਨਾ ਲੱਗ ਜੂਗਾ ਜੀ। ਮਗਰੋਂ ਇਹਦੇ ਵਿੱਚ ਨਵੀਂ ਬੜੀ ਆ ਜਾਂਦੀ ਝੋਨੇ ਦੀ। ਇਹ ਹੁਣ ਜਿਹੜਾ ਹੋਰ ਮਹਿਕਮਾ ਆਉਂਦਾ ਜੀ ਡੱਕਣ ਵਾਸਤੇ ਜਾਂ ਪਰਚੇ ਕਰਨ ਤੇ ਉਦੋਂ ਮਹਿਕਮਾ ਹੋਰ ਹੋ ਜਾਂਦਾ ਜਦੋਂ ਫੂਡ ਸਪਲਾਈ ਆ ਜਾਂਦੀ ਮੰਡੀਆਂ ਦੇ ਵਿੱਚ। ਉਹ ਫਿਰ ਮਸ਼ੀਨਾਂ 'ਚ ਪਾ ਕੇ ਆਖੇ ਤੁਹਾਡੇ ਝੋਨੇ 'ਚ ਮੋਚਰ ਆ। ਮਗਰੋਂ ਇਹਨਾਂ ਨੇ ਨਾ ਸਾਨੂੰ ਪਰਾਲੀ ਸਾੜਨ ਦੇਣੀ ਆ। ਹੁਣ ਵਿੱਚ ਅਸੀਂ ਨਾੜ ਗਾਲਦੇ ਨਾ ਇਹਦੇ ਲਈ ਬੱਤੀ ਆ ਰਹੀ ਆ। ਹੁਣ ਮੈਨੂੰ ਦੱਸੋ ਵੀ 2 ਜਾਂ 3-4 ਘੰਟੇ ਦੇ ਵਿੱਚ ਬੱਤੀ ਕਿੰਨਾ ਕੁ ਅਸੀਂ ਪਾਣੀ ਧਰਤੀ ਦੇ ਵਿੱਚੋਂ ਕਰ ਲਾਂਗੇ ਤੇ 2-2 ਕਿੱਲੇ ਲੱਗ ਵੀ ਜਾਏਗਾ। ਇਹਨਾਂ ਦੇ ਕਿਉਂ ਸਾਡੇ ਲਈ ਕਾਨੂੰਨ ਆ ਇਹੋ ਜਿਹੇ ਜਿਹੜੇ ਇਹਨਾਂ ਦੇ ਕਾਲੇ ਕਾਨੂੰਨ ਆ? ਅਸੀਂ ਇਹਨਾਂ ਦੇ ਬਿਲਕੁਲ ਬਰਖਲਾਫ ਆ। ਇਹਨੇ ਕਿਸਾਨ ਦੀ ਜ਼ਮੀਨ ਆ, ਕਿਸਾਨ ਦਾ ਝੋਨਾ ਉਹਨੇ ਆਪਣੇ ਤਰੀਕੇ ਨਾਲ ਲਾਉਣਾ ਤੇ ਉਹਨੂੰ ਤੇ ਉੱਤੇ ਤੇ ਮਜਬੂਰੀਆਂ। ਸਾਨੂੰ ਤਾਂ ਇਹ ਨਹੀਂ ਦੱਸਦੀ ਵੀ ਅੱਜ ਜਿਹੜੇ ਬਾਕੀ ਕੰਮ ਹੋਣ ਡਏ ਇਹਨਾਂ ਦੇ ਠੱਗੀਆਂ ਠੋਰੀਆਂ ਚੱਲਣ ਦੀਆਂ, ਜਿਸ ਤਰ੍ਹਾਂ ਜੋ ਵੀ ਇਹਨਾਂ ਦੇ ਸਮੈਕਾਂ ਮਿਲਦੀਆਂ ਇਹ ਤਾਂ ਇਹਨਾਂ ਨੂੰ ਦੀਦੀਆਂ ਨਹੀਂ। ਇਹਦਾ ਕਿਸਾਨ ਦੇ ਝੋਨੇ ਦੇ ਸਿਰ ਤੇ ਆ ਖੜੋ ਜਾਂਦੇ ਵੀ ਇਹਦਾ ਪਰਚਾ ਕੀਤਾ ਜਾਊਗਾ।
ਇਹ ਕਿਹੜੀ ਗੱਲ ਤੋਂ ਕਿਸਾਨ ਤੇ ਪਰਚਾ ਕਰਦੇ ਤੇ 2-4 ਦਿਨ ਪਹਿਲਾਂ ਝੋਨਾ ਲਾਉਂਦਾ ਉਹਦੀ ਮਜਬੂਰੀ ਆ। ਹੁਣ ਲੇਬਰ ਆ ਜਿਹੜੀ ਉਹ ਦੁੱਗਣੀ ਤਿੱਗਣੀ ਮਹਿੰਗੀ ਮਿਲਣ ਡਈ ਆ। ਸਾਨੂੰ ਲੇਬਰ ਦੀ ਗਰੰਟੀ ਚੁੱਕ ਲੈਣ ਵੀ ਅਸੀਂ ਲੇਬਰ ਦੇਵਾਂਗੇ, ਅਸੀਂ ਤੁਹਾਡੇ ਜਿਹੜੇ ਉਹ ਖਰਚੇ ਪੂਰੇ ਕਰਾਂਗੇ। ਹਾਂ ਅਸੀਂ ਝੋਨਾ ਜਦੋਂ ਆਖਣਗੇ ਅਸੀਂ ਉਹਨਾਂ ਝੋਨਾ ਛੱਡਣ ਨੂੰ ਵੀ ਤਿਆਰ ਹਾਂ, ਪਰ ਕਿਸਾਨ ਨੂੰ ਦੇਣ ਤਾਂ ਸਹੀ ਨਾ, ਜੀ ਕਿੱਥੋਂ ਪਲਨੇ ਆ। ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਵੀ ਕਿਸਾਨ ਨੂੰ ਇਹਨਾਂ ਗਾਲਾਂ ਨਾ ਕੁੱਟਿਆ ਜਾਵੇ। ਕਿਸਾਨ ਨੂੰ ਜਾਂ ਤਾਂ ਲੇਬਰ ਦਾ ਪ੍ਰਬੰਧ ਕਰਕੇ ਦੇਣ ਜਾਂ ਮਸ਼ੀਨਾਂ ਦੇਣ ਫ੍ਰੀ, ਜਾਂ ਇਹਨੂੰ ਜਿਹੜਾ ਵਾ ਉਹ ਮਤਲਬ ਹੋਰ ਕੋਈ ਰੁਜ਼ਗਾਰ ਦੇਣ। ਇਹਨੂੰ ਤਾਂ ਇਹਨਾਂ ਨੇ ਇਸ ਨੂੰ ਮਾਰਨਾ ਸ਼ੁਰੂ ਕਰਤਾ। ਤਾਂ ਜੇ ਕਿਸਾਨ ਮਰ ਗਿਆ ਤਾਂ ਸਾਰਾ ਦੇਸ਼ ਮਰ ਜੂਗਾ। ਅਸੀਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਨਹੀਂ ਤਾਂ ਸਾਨੂੰ ਮਜਬੂਰਨ ਸੰਘਰਸ਼ ਦੇ ਰਾਹ ਤੇ ਆਉਣਾ ਪਊਗਾ। ਇੱਕ ਹੋਰ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਵਿਰੁੱਧ ਰਹੀਆਂ ਨੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹਮੇਸ਼ਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾਂਦਾ ਹੈ। ਜਿਹੜਾ ਵਾ ਤਕਰੀਬਨ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਵਾ, ਮੇਰੇ ਤੋਂ ਪਹਿਲਾਂ ਮੇਰੇ ਵੀਰਾਂ ਨੇ ਦੱਸਤਾ ਵਾ, ਕਿਸਾਨਾਂ ਨੇ ਆਪਣਾ ਦੁੱਖੜਾ ਰੋਕਤਾ ਵਾ ਵੀ ਸਰਕਾਰ ਦੀਆਂ ਨੀਤੀਆਂ ਹਮੇਸ਼ਾ ਹੀ ਆਪਣਾ ਕਿਸਾਨਾਂ ਦੇ ਵਿਰੁੱਧ ਰਹੀਆਂ ਵਾ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਰਹੀਆਂ ਵਾ। ਹੁਣ ਮਸਲਾ ਇਹ ਆ ਵੀ ਜੇ ਝੋਨਾ ਤਕਰੀਬਨ ਕਿਤੇ ਕਿਸਾਨਾਂ ਨੇ ਲਾ ਲਿਆ ਵਾ ਕਿੱਲਾ 2-2 ਕਿੱਲੇ, ਉਹਦੇ ਨਾਲ ਕੋਈ ਏਡੀ ਜ਼ਿਆਦਾ ਆਫਤ ਨਹੀਂ ਆਈ। ਇਹ ਮਹਿਕਮਾ, ਇਹ ਪ੍ਰਸ਼ਾਸਨ, ਇਹ ਸਰਕਾਰ ਜਿਹੜੀ ਆ ਇਸ ਗੱਲ ਤੇ ਤੁੱਲੀ ਆ ਕਿ ਜਿੰਨੇ ਝੋਨਾ ਲਾਇਆ ਵਾ ਕੋਈ ਕਿੱਲਾ 2 ਕਿੱਲੇ ਉਹਨੂੰ ਵਾਹ ਦੇਣਾ। ਜੱਟ ਜਿਹੜਾ ਵਾ ਜ਼ਿਮੀਂਦਾਰ ਤਾਂ ਅੱਗੇ ਕਰਜ਼ਾਈ ਹੋਇਆ ਪਿਆ, ਉਹ ਅੱਗੇ ਖੁਦਕੁਸ਼ੀ ਦੇ ਰਾਹ ਪੈਣ ਦਿਆ। ਜੇ ਦੁਬਾਰਾ ਉਹਦਾ ਝੋਨਾ ਵਗਿਆ ਉਹ ਖੁਦਕੁਸ਼ੀ ਨਾ ਕਰੂ ਤਾਂ ਕੀ ਕਰੂਗਾ? ਹੁਣ ਜਿਹੜਾ ਝੋਨਾ ਅਸੀਂ ਤਕਰੀਬਨ ਅੱਜ ਤੋਂ 10 ਦਿਨਾਂ ਨੂੰ ਲਾਵਾਂਗੇ, ਜਦੋਂ ਸਰਕਾਰੀ ਖਰੀਦ ਆਉਣੀ ਆ ਉਹਦੀ ਮੋਚਰ ਨਹੀਂ ਆਪਣਾ ਜਾਣੀ। ਜੇ ਮੋਚਰ ਨਾ ਗਈ ਤਾਂ ਸਾਨੂੰ ਘੱਟ ਤੋਂ ਘੱਟ 10-10 ਦਿਨ ਮੰਡੀਆਂ ਦੇ ਵਿੱਚ ਰੋਲਣਾ ਪੈਣਾ ਵਾ। ਉੱਥੇ ਵੀ ਸਾਡਾ ਝੋਨਾ ਠੁੱਡਾਣਾ, ਇਹਨੂੰ ਵੀ ਖਿਲਰਨਾ ਵਾ ਤੇ ਆਪਣਾ ਝੋਨਾ ਖਰਾਬ ਵੀ ਹੋਣਾ ਵਾ। ਝੋਨਾ ਆਪਣਾ ਉਹਦਾ ਬੀਜ ਵੀ ਖਰਾਬ ਹੋਣਾ ਵਾ, ਉਹਦੀ ਕੁਆਲਿਟੀ ਵੀ ਖਰਾਬ ਹੋ ਜਾਣੀ ਆ। ਸਾਨੂੰ ਫਿਰ ਉੱਥੇ ਲੁੱਟਿਆ ਜਾਣਾ ਵਾ। ਉੱਥੇ ਲੁੱਟਿਆ ਜਾਣਾ ਵੀ ਇਹ ਜਿਹੜਾ ਝੋਨੇ ਦਾ ਬੀਜ ਨਹੀਂ ਸਹੀ, ਇਹਦਾ ਰੰਗ ਨਹੀਂ ਸਹੀ। ਤਕਰੀਬਨ ਝੋਨਾ ਲਾਉਣ ਤੋਂ ਲੈ ਕੇ ਤੇ ਝੋਨਾ ਵਿਕਣ ਤੱਕ ਜਿੰਨੀ ਕਿਸਾਨਾਂ ਦੀ ਜਲੀਲ ਕੀਤਾ ਜਾਂਦਾ ਵਾ, ਦੁਰਦਸ਼ਾ ਕੀਤੀ ਜਾਂਦੀ ਆ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਸਿਰਫ ਜਿਹੜਾ ਕਿਸਾਨ ਆ ਉਹ ਸਮਝ ਸਕਦਾ ਵਾ। ਕੀ ਮੰਗ ਕਰਦੇ? ਸਾਡੀ ਬੇਨਤੀ ਹੈ ਕਿ ਸਰਕਾਰ ਜਿਹੜੀ ਆ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਸੜਕਾਂ ਤੇ ਆ ਕੇ ਸੰਘਰਸ਼ ਕਰੀਏ। ਆਪਣਾ ਸਾਨੂੰ ਲੇਬਰ ਦਾ ਪ੍ਰਬੰਧ ਕਰਕੇ ਦੇਵੇ। ਜੇ ਜਾਂ ਤਾਂ ਕੈਪਟਨ ਸਰਕਾਰ ਹੁਣ ਤੱਕ ਲੇਬਰ ਦਾ ਪ੍ਰਬੰਧ ਕਰਦੀ, ਉੱਥੋਂ ਟ੍ਰੇਨਾਂ ਲਾ ਕੇ ਗੱਡੀਆਂ ਲਿਆ ਕੇ ਲੇਬਰ ਲਿਆ ਕੇ ਦਿੰਦੀ ਤੇ ਕਹਿੰਦੀ ਵੀ 20 ਤਰੀਕ ਤੋਂ ਬਾਅਦ ਤੁਸੀਂ ਝੋਨਾ ਲਾਇਓ, ਅਸੀਂ 20 ਤੋਂ ਬਾਅਦ ਵੀ ਲਾ ਲੈਂਦੇ। ਇਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਏਡੀਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਝੋਨਾ ਲੇਟ ਲਾਉਣ ਨਾਲ ਕੋਈ ਨੁਕਸਾਨ ਨਹੀਂ, ਫਾਇਦਾ ਹੀ ਹੋਇਆ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਕਰੋਨਾ ਵਾਇਰਸ ਦੇ ਕਰਕੇ ਕੁਝ ਕਿਸਾਨ ਵੀਰਾਂ ਨੂੰ ਸਮੱਸਿਆ ਆ ਰਹੀ ਹੈ ਲੇਬਰ ਦੀ, ਉਹਦੇ ਕਰਕੇ ਥੋੜੇ ਜਿਹੇ ਉਤੇਜਿਤ ਨੇ। ਪਰ ਜੇਕਰ ਅਸੀਂ ਵੇਖਿਆ ਜਾਵੇ ਪਿਛੋਕੜ ਦੇ ਵਿੱਚ, ਜੇਕਰ ਝੋਨਾ ਅਸੀਂ ਲੇਟ ਲਾਉਂਦੇ ਰਹੇ ਹਾਂ ਤੇ ਉਹਦੇ ਨਾਲ ਸਾਡੇ ਕਾਫੀ ਸਾਡਾ ਫਾਇਦਾ ਹੀ ਹੋਇਆ। ਉਹਦੇ ਨਾਲ ਫਸਲਾਂ ਦੇ ਝਾੜ ਵਧੇ ਆ, ਸਾਡੀ ਗੋਭ ਦੀ ਸੁੰਡੀ ਦਾ ਕੰਟਰੋਲ ਹੋਇਆ ਵਾ ਤੇ ਉਹਦੇ ਨਾਲ ਸਾਡੇ ਖੇਤੀ ਖਰਚੇ ਘਟੇ ਆ। ਪਿਛੋਕੜ ਦੇ ਵਿੱਚ ਜੇ ਵੇਖਿਆ ਜਾਵੇ ਤੇ ਕਣਕ ਦਾ ਨਾੜ ਵਾਹੁਣ ਤੇ ਵੀ ਇਸੇ ਤਰ੍ਹਾਂ ਹੀ ਥੋੜਾ ਜਿਹਾ ਸਾਨੂੰ ਰਜਿਸਟ ਕੀਤਾ ਕਿਸਾਨ ਵੀਰਾਂ ਨੇ, ਪਰ ਐਤਕੀ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਵੀ ਬਹੁਤ ਵਧੀਆ ਚੰਗੇ ਨਤੀਜੇ ਮਿਲੇ ਆ ਤੇ ਕਿਸਾਨ ਇੱਧਰ ਨੂੰ ਆਏ ਆ। ਹੁਣ ਵੀ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰ ਰਹੇ ਆ। ਉਹ ਥੋੜਾ ਕਿਤੇ ਇੱਕਾ ਦੁੱਕਾ ਹੁੰਦੀਆਂ ਤੇ ਉਹਦੇ 'ਚ ਚਲੋ ਸਹਿਮਤੀ ਦੇ ਕੇ ਕਿਸਾਨ ਵੀਰ ਵਾਹ ਵੀ ਰਹੇ ਆ। ਉਹ ਅੱਜ ਜਿਸ ਤਰ੍ਹਾਂ ਇੱਕ ਕੇਸ ਆਇਆ ਸੀ, ਉਹ ਲਾਇਆ ਤੇ ਉਹਨੇ ਇੱਕ ਮਰਲਾ ਸੀ ਤੇ ਉਹਨੇ ਆਪ ਹੀ ਫਿਰ ਉਹਨੂੰ ਪ੍ਰੇਰਿਤ ਕੀਤਾ, ਉਹਨੇ ਵਾਹ ਵੀ ਦਿੱਤਾ। ਹੁਣ ਜਿਹੜੇ ਜਥੇਬੰਦੀਆਂ ਨੇ ਸਰ, ਜਿਹੜਾ ਝੋਨਾ ਲੱਗਾ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਵਾਹੁਣ ਨਹੀਂ ਦੇਣਾ, ਤੇ ਜੇ ਪ੍ਰਸ਼ਾਸਨ ਹੋਏਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਚਲੋ ਗੱਲ ਇਹ ਆ ਵੀ ਉਹਨਾਂ ਦੀ ਜੋ ਆਪਦੀ ਇੱਕ ਮੰਗ ਆ, ਜਿਸ ਤਰ੍ਹਾਂ ਦੀ ਉਹਨਾਂ ਨੂੰ ਕੋਈ ਸਮੱਸਿਆ ਆ ਰਹੀ ਆ, ਸਾਡਾ ਪ੍ਰਸ਼ਾਸਨ ਦਾ ਕੰਮ ਆ ਕਿ ਉਸ ਖੇਤ ਦੀ ਸ਼ਨਾਖਤ ਕਰਨਾ, ਮੌਕੇ 'ਤੇ ਕਿਸਾਨ ਵੀਰ ਨੂੰ ਉਹਦੇ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕ ਕਰਕੇ ਉਹਨੂੰ ਵਾਹੁਣਾ, ਜਾਂ ਜਿਸ ਤਰ੍ਹਾਂ ਵੀ ਜੋ ਸਾਡੇ ਕਾਨੂੰਨ ਦੇ ਤਹਿਤ ਆ ਉਹਦੇ ਤੇ ਲੋੜੀਂਦੀ ਕਾਰਵਾਈ ਕਰਨ ਲਈ ਅਸੀਂ ਕਰਦੇ ਹਾਂ। ਲੇਬਰ ਦੀ ਕਮੀ ਹੋਣ ਕਾਰਨ ਕਿਸਾਨਾਂ ਵੱਲੋਂ ਇਸ ਵਾਰ ਪਹਿਲਾਂ ਝੋਨਾ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝਦਿਆਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਪੁਖਤਾ ਹੱਲ ਕਰੇ। ਤਰਨਤਾਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ। ਤਰਨਤਾਰਨ ਦੇ ਸਬਰਾ ਪਿੰਡ 'ਚ ਟਿੱਡੀ ਦਲ ਨੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਪਸ਼ੂਆਂ ਦੇ ਚਾਰੇ ਨੂੰ ਟਿੱਡੀ ਦਲ ਨੇ ਨਸ਼ਟ ਕਰ ਦਿੱਤਾ ਹੈ, ਜਿਸ ਤੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਤੇ ਕਿਸਾਨ ਮੁਰਝਾਏ ਚਿਹਰਿਆਂ ਨਾਲ ਸਰਕਾਰ ਤੋਂ ਇੱਕ ਮਦਦ ਦੀ ਆਸ ਲਗਾਈ ਬੈਠੇ ਨੇ। ਤਰਨਤਾਰਨ ਦੇ ਸਬਰਾ ਪਿੰਡ 'ਚ ਹੁਣ ਟਿੱਡੀ ਦਲ ਦਾ ਕਹਿਰ ਸ਼ੁਰੂ ਹੋ ਗਿਆ ਹੈ। ਪਸ਼ੂਆਂ ਦੇ ਚਾਰਿਆਂ ਉੱਤੇ ਟਿੱਡੀ ਦਲ ਦੇ ਹਮਲੇ ਤੋਂ ਤਰਨਤਾਰਨ ਜ਼ਿਲ੍ਹੇ ਦੇ ਸਬਰਾ ਪਿੰਡ ਵਿੱਚ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਮੱਸਿਆ ਤੇ ਗੱਲ ਕਰਦੇ ਹੋਏ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਚਾਰਿਆਂ ਲਈ 2 ਤੋਂ ਜ਼ਿਆਦਾ ਕਨਾਲ ਜ਼ਮੀਨ ਵਿੱਚ ਚਾਰਿਆਂ ਦੀ ਫਸਲ ਬੀਜੀ ਹੋਈ ਹੈ,
ਜਿਸ ਉੱਤੇ 3 ਦਿਨਾਂ ਤੋਂ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਹੈ ਅਤੇ ਪੂਰੀ ਫਸਲ ਨੂੰ ਨਸ਼ਟ ਕਰ ਦਿੱਤਾ ਹੈ। ਪੀੜਤ ਕਿਸਾਨ ਨੇ ਕਿਹਾ ਹੈ ਕਿ ਇਹ ਪਸ਼ੂਆਂ ਦਾ ਚਾਰਾ ਸੀ, ਜਿਸ ਉੱਤੇ ਅਸੀਂ 2 ਵਾਰ ਛਿੜਕਾਅ ਕਰ ਚੁੱਕੇ ਹਾਂ, ਪਰ ਇਸ ਦਾ ਟਿੱਡੀ ਦਲ ਉੱਤੇ ਕੋਈ ਪ੍ਰਭਾਵ ਨਹੀਂ ਪਿਆ। ਸਾਰੇ ਅੱਧਾ ਪੌਣਾ ਕਿੱਲਾ ਥਾਂ ਜੀ 4-5 ਕਨਾਲਾਂ ਜਗ੍ਹਾ ਹੈਗੀ ਆ ਤੇ ਸਾਰੇ ਇਹਨੂੰ ਨਾ ਬਿਲਕੁਲ ਇਹਨੇ ਖਤਮ ਕਰ ਦਿੱਤਾ। ਵੇਖੋ ਆ ਸਾਰੇ ਪੱਤੇ ਜਿਹੜੇ ਉੱਪਰੋਂ ਖਾਈ ਜਾ ਰਹੀ ਆ ਤੇ ਪਸ਼ੂਆਂ ਦਾ ਚਾਰਾ ਜੀ, ਇਹਨੂੰ ਨਾ ਹੀ ਕੋਈ ਸਪਰੇਅ ਕਰ ਸਕਦੇ ਆ। ਇਹ ਕਹਿੰਦੇ ਕਲੋਰੋ ਪਾਇਰੀਫਾਸ ਇਹਨੂੰ ਕਰੋ, ਕਲੋਰੋ ਦੀ ਸਪਰੇਅ ਕੀਤਿਆਂ ਦੇ ਤਾਂ 20 ਦਿਨ ਅਸਰ ਨਹੀਂ ਜਾਣਾ ਤੇ ਪੱਠੇ ਅਸੀਂ ਮੱਝਾਂ ਨੂੰ ਕਿੱਦਾਂ ਖਵਾਵਾਂਗੇ ਜੀ। ਜੇ ਪੱਠੇ ਅਸੀਂ ਪਾਵਾਂਗੇ ਮੱਝਾਂ ਨੂੰ, ਪਸ਼ੂਆਂ ਨੂੰ ਪੱਠੇ ਪਾਵਾਂਗੇ ਤੇ ਡੰਗਰ ਖਤਮ ਹੋ ਜਾਣਗੇ ਤੇ ਫਿਰ ਤੇ ਇਹਨੂੰ ਵਿੱਚ ਹੀ ਵਾਹੁਣਾ ਪਊਗਾ, ਫਿਰ ਇਹਦਾ ਕੋਈ ਹੋਰ ਹੱਲ ਤਾਂ ਹੈ ਨਹੀਂਗਾ। ਤੇ ਲਾਗੇ ਅਸੀਂ ਵੀ 2-3 ਕਿੱਲੇ ਤੇ ਮੂੰਗੀ ਦੀ ਫਸਲ ਬੀਜੀ ਹੋਈ ਆ, ਇਹ ਇਸ ਤੋਂ ਬਾਅਦ ਇਹ ਮੂੰਗੀ ਦੇ ਵਿੱਚ ਵੜ ਸਕਦਾ, ਜੋ ਦਾਲਾਂ ਨੂੰ ਖਤਮ ਕਰ ਸਕਦਾ। ਇੱਧਰ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਆ, ਜੇ ਉੱਡ ਕੇ ਉਸ ਵਿੱਚ ਵੜ ਗਿਆ ਤੇ ਉਹ ਵੀ ਖਤਮ ਕਰ ਦੂਗਾ। ਤੇ ਕਿਸਾਨ ਤੇ ਅੱਗੇ ਹੀ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ, ਕਿਸਾਨ ਦੇ ਪੱਲੇ ਅੱਗੇ ਕੱਖ ਨਹੀਂ ਹੈਗਾ ਤੇ ਕਿਸਾਨ ਕੀ ਕਰੂਗਾ? ਪ੍ਰਸ਼ਾਸਨ ਦਾ ਕੋਈ ਹੱਲ ਕੱਢ ਕੇ ਦੇਵੇ ਜੀ। ਇਹ ਕਾਰਨ ਤੇ ਮੈਂ ਤਾਂ ਕਹੂੰਗਾ ਕਿਸਾਨਾਂ ਦੀ ਬਦਨਸੀਬੀ ਹੈ ਜੀ। ਕਿਸਾਨਾਂ ਦੇ ਆਏ ਦਿਨ ਕੋਈ ਨਾ ਕੋਈ ਕਾਰਨ ਬਣਿਆ ਰਹਿੰਦਾ। ਕੋਈ ਸਰਕਾਰਾਂ ਵੀ ਬਾਂਹ ਨਹੀਂ ਫੜਦੀਆਂ, ਉਲਟਾ ਸਗੋਂ ਜਿਹੜਾ ਉਹ ਦਬਦਬਾ ਦੇ ਰਹੀਆਂ ਕਿਸਾਨੀ ਨੂੰ। ਕੁਛ ਸਾਨੂੰ ਕਰੋਨਾ ਮਾਰ ਗਿਆ, ਕੁਛ ਸਾਨੂੰ ਆ ਟਿੱਡੀ ਦਲ ਨੇ ਮਾਰ ਜਾਣਾ ਵਾ, ਉਹ ਸਾਡੇ ਝੋਨੇ ਵਾਲੇ ਵਾਹ ਦੇਣੇ ਦੇ ਲੱਗੇ ਆ, ਭਾਅ ਸਾਨੂੰ ਮਿਲ ਨਹੀਂ ਰਿਹਾ ਕਿਸਾਨਾਂ ਨੂੰ। ਤੇ ਇਹ ਟਿੱਡੀ ਦਲ ਜਿਸ ਤਰ੍ਹਾਂ ਟਿੱਡੀ ਦਲ ਆ ਗਿਆ ਜੀ, ਮੈਨੂੰ ਇਹ ਲੱਗਦਾ ਵੀ ਇੱਥੇ ਨਹੀਂ ਇਹ ਖੜੂਗਾ। ਜਿਹੜੀਆਂ ਸਾਡੀਆਂ ਪਨੀਰੀਆਂ ਵੀ ਖਾਊਗਾ, ਸਾਡੇ ਝੋਨੇ ਵੀ ਖਾਊਗਾ, ਸਾਡੇ ਪੱਠੇ ਡੱਕੇ ਵੀ ਜੋ ਵੀ ਹੈਗਾ, ਦਾਲਾਂ ਦੂਲਾਂ ਅਸੀਂ ਬੀਜੀਆਂ, ਇਹ ਜੇ ਰਾਤ ਇੱਕ ਖੇਤ ਨੂੰ ਤਬਾਹ ਕਰ ਦਿੰਦਾ ਤੇ ਅਗਲੇ ਦਿਨ ਤਾਂ ਹੋਰ ਹੀ ਕਿਤੇ ਜਾਊਗਾ। ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਮੈਂ ਆਪ ਪਰੇਸ਼ਾਨ ਵੀ ਕਿਸਾਨ ਕਰਨ ਕੀ ਇਹ ਤੁਸੀਂ ਹਮਲਾ ਸਰਦਾਰ ਜੀ ਆਪ ਵੇਖ ਸਕਦੇ ਜੇ ਵੀ ਇਹ ਜਿੱਧਰ ਨੂੰ ਤਕਰੀਬਨ ਇੱਥੋਂ ਤੁਰਿਆ ਨਾ ਤੇ ਇੱਥੋਂ ਤੁਸੀਂ ਵੇਖੋ ਇਹਨੇ ਪਰਾਤ ਰੱਖੀ ਆ ਤੇ ਪਰਾਤ ਵਾਈ ਜੀ ਤੁਰਿਆ ਜਾਂਦਾ ਵਾ, ਇਹ ਉਹਨੂੰ ਨਸ਼ਟ ਕਰਕੇ ਫਿਰ ਦੂਜੇ ਪਾਸੇ ਜਾਂਦਾ ਵਾ। ਹੁਣ ਤੁਸੀਂ ਆਹ ਦੇਖ ਸਕਦੇ ਜੇ, ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਆਹ ਤਕਰੀਬਨ ਇਹਦੇ ਪੱਤੇ ਸਾਰੇ ਖਾਧੇ ਗਏ ਆ। ਇਹਦੇ ਵਿੱਚ ਇਹ ਬੱਚੇ ਦੇਈ ਆਉਂਦਾ ਵਾ, ਆਹ ਦੇਖੋ ਜੀ ਆਹ ਆਂਡੇ ਆ। ਹੁਣ ਇਹਦੇ ਵਿੱਚ ਇਹਨੇ ਆਂਡੇ ਦਿੱਤੇ ਆ ਤੇ ਆਪਣਾ ਅੱਗੇ ਅੱਗੇ ਤੁਰਿਆ ਜਾਂਦਾ ਵਾ। ਮੇਰੇ ਖਿਆਲ ਨਾਲ ਸ਼ਾਮਾਂ ਤੱਕ ਵੀ ਬੱਚੇ ਤਿਆਰ ਹੋ ਜਾਣੇ ਆ, ਇਹਨਾਂ ਵੀ ਮੁੜ ਕੇ ਨੁਕਸਾਨ ਕਰਨਾ ਵਾ। ਤਕਰੀਬਨ ਜਿੰਨਾ ਕੁ ਮੈਂ ਆਪਣਾ ਸਮਝਦਾ ਵਾਂ ਵੀ ਜੇ ਮਹਿਕਮਾ ਇੱਥੇ ਨਾ ਪਹੁੰਚਿਆ, ਜੇ ਤੇ ਕੰਟਰੋਲ ਨਾ ਕੀਤਾ ਗਿਆ ਤੇ ਜਿਹੜੀ ਸਿੱਧੀ ਬਿਜਾਈ ਝੋਨੇ ਦੀ ਕੀਤੀ ਆ ਉਹ ਤਕਰੀਬਨ 2-3 ਦਿਨਾਂ ਤੱਕ ਇਹਨੇ ਸਮਾਪਤ ਕਰ ਦੇਣੀ ਆ, ਉਹ ਖਤਮ ਕਰ ਦੇਣਾ ਵਾ ਤੇ ਕਿਸਾਨਾਂ ਜਿਹੜਾ ਵਾ ਲੱਕ ਟੁੱਟ ਕੇ ਰਹਿ ਜਾਣਾ ਵਾ। ਕਿਸਾਨ ਅੱਗੇ ਕਰਜਾਈ ਹੋਏ ਪਏ ਆ। ਇਸ ਸਮੱਸਿਆ ਦੇ ਬਾਰੇ ਵਿੱਚ ਏਡੀਓ ਖੇਤੀਬਾੜੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਨਾ ਕਿ ਟਿੱਡੀਆਂ ਤੋਂ ਡਰਨ ਦੀ। ਜੇਕਰ ਤੁਹਾਨੂੰ ਵੱਡੇ ਪੈਮਾਨੇ ਉੱਤੇ ਅਜਿਹੀ ਕੋਈ ਚੀਜ਼ ਮਿਲਦੀ ਹੈ ਤਾਂ ਤੁਸੀਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ। ਐਕਚੁਅਲੀ ਕੀ ਆ ਕਿ ਉੱਥੇ ਟਿੱਡੀ ਦਲ ਦਾ ਨਹੀਂ, ਹੌਪਰ ਇੱਕ ਜਿਹੜਾ ਆਮ ਸਾਡੇ ਹੁੰਦਾ ਸੀ ਉਹਦਾ ਹੀ ਹਮਲਾ ਵਾ। ਤੇ ਕਿਸਾਨਾਂ ਦੇ ਵਿੱਚ ਕਿਉਂਕਿ ਥੋੜੀ ਜੀ ਜਾਗਰੂਕਤਾ ਲਹਿਰ ਅਖਬਾਰਾਂ ਰਾਹੀਂ, ਮੀਡੀਆ ਰਾਹੀਂ ਜਾਂ ਪਰਸਨਲੀ ਤੌਰ ਤੇ ਹੀ ਮਿਲ ਕੇ ਜਾਗਰੂਕ ਕਰ ਰਹੇ ਆ, ਉਹਦੇ ਕਰਕੇ ਥੋੜੀ ਜਿਹੀ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਆ। ਤੇ ਪਹਿਲਾਂ ਵੀ ਕਿਉਂਕਿ ਹੌਪਰ ਤੇ ਅੱਗੇ ਵੀ ਹੁੰਦਾ ਸੀ, ਛੋਟੀ ਸਟੇਜ ਦੇ ਵਿੱਚ ਆ, ਉਹਦੇ ਕਰਕੇ ਉਹਨਾਂ ਨੂੰ ਥੋੜਾ ਜਿਹਾ ਲੱਗਾ ਸੀ। ਬਾਕੀ ਵੇਖਿਆ ਕਿ ਉਹਦੇ ਨਾਲ ਸਾਰੀ ਫਸਲ ਜਿਹੜੀ ਸਾਰੀ ਤਬਾਹ ਕਰ ਦਿੱਤੀ ਹੋਈ ਤੇ ਪੱਠਿਆਂ ਦੇ ਉੱਤੇ ਕਾਫੀ ਨੁਕਸਾਨ ਇਹ ਹੌਪਰ ਕਰਦਾ, ਕਿਉਂਕਿ ਉਸੇ ਫੈਮਿਲੀ ਦੇ ਵਿੱਚੋਂ ਹੀ ਇਹ ਵੀ ਹੌਪਰ ਵੀ ਆ। ਤੇ ਜਿਹੜਾ ਟਿੱਡੀ ਦਲ ਆ ਉਹ ਸਾਡੇ ਅਜੇ ਤੱਕ ਆਪਣੇ ਇਲਾਕੇ 'ਚ ਨਹੀਂ ਦੇਖਣ ਨੂੰ ਕਿਤੇ ਮਿਲਿਆ, ਕਿਉਂਕਿ ਇਹਦੀਆਂ ਕਈ ਸਵਾਰਮਸ ਵੱਡੀਆਂ ਉਡਾਣਾਂ ਜਿਹੜੀਆਂ ਰਾਜਸਥਾਨ ਜਾਂ ਕੁਝ ਆਪਣੇ ਫਾਈਲ ਕੇ ਏਰੀਏ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਵੇਖਣ ਨੂੰ ਮਿਲੀਆਂ ਸੀ, ਜਿੱਥੇ ਸਾਡਾ ਖੇਤੀਬਾੜੀ ਵਿਭਾਗ ਸਾਨੂੰ ਅਗਾਊਂ ਸੂਚਨਾ ਦਿੰਦਾ ਰਹਿੰਦਾ ਵਾ ਤੇ ਉਹਦੇ ਉੱਤੇ ਅਸੀਂ ਨਿਯੰਤਰਣ ਧਿਆਨ ਰੱਖ ਕੇ ਤੇ ਕਿਸਾਨ ਵੀਰਾਂ ਨੂੰ ਵੀ ਜਾਗਰੂਕ ਕਰਦੇ ਰਹਿੰਦੇ ਹਾਂ ਵੀ ਉਹ ਸੁਚੇਤ ਰਹਿਣ, ਫਸਲਾਂ ਦਾ ਸਰਵੇਖਣ ਕਰਦੇ ਰਹਿਣ ਤੇ ਅਸੀਂ ਵੀ ਗਾਏ ਬਗਾਏ ਉਹਨਾਂ ਦੇ ਉੱਤੇ ਨਿਗਾਹ ਰੱਖ ਰਹੇ ਹਾਂ। ਇਸ ਦੇ ਲਈ ਸਰਕਾਰ ਵੱਲੋਂ ਵੀ ਕੋਈ ਦਵਾਈ ਦਾ ਪ੍ਰਬੰਧ ਕੀਤਾ ਗਿਆ, ਜਿਸ ਤਰ੍ਹਾਂ ਕਲੋਰੋਪੈਰੀਫਾਸ ਆ, ਤੇ ਉਹਦੇ ਲਈ ਅਸੀਂ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਹਾਂ ਵੀ ਉਹਨਾਂ ਨੂੰ ਪਹਿਚਾਣ ਕਰਕੇ ਇਹਨੂੰ ਕੰਟਰੋਲ, ਕਿਉਂਕਿ ਸ਼ਾਮ ਦੇ ਟਾਈਮ ਕਰ ਸਕਦੇ ਹਾਂ ਜਦੋਂ ਸੂਰਜ ਛਿਪ ਜਾਂਦਾ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਇਹਨੂੰ ਕੰਟਰੋਲ ਕਰਨਾ ਹੁੰਦਾ। ਖਾਸ ਕਰਕੇ ਇਹ ਝਾੜੀਆਂ ਤੇ ਰੁੱਖਾਂ ਤੇ ਜਾਂ ਥੱਲੇ ਗਰਾਊਂਡ ਤੇ ਜਿਹੜੀਆਂ ਖਾਲੀ ਬੈਰਨ ਸਾਡੀਆਂ ਖਾਲੀ ਥਾਵਾਂ ਨੇ ਰੇਤਲੀਆਂ, ਖਾਸ ਕਰਕੇ ਜਿੱਥੇ ਇਹਨਾਂ ਦੇ ਆਂਡੇ ਦੇਣ ਲਈ ਸਾਈ ਹੁੰਦੀਆਂ, ਉੱਥੇ ਬੈਠ ਜਾਂਦਾ ਵਾ। ਤੇ ਉਦੋਂ ਸਾਡੇ ਲਈ ਇਹ ਸਮਾਂ ਬੜਾ ਢੁਕਵਾਂ ਹੁੰਦਾ ਵੀ ਉਦੋਂ ਅਸੀਂ ਇਹਨੂੰ ਸਪਰੇਅ ਕਰਕੇ ਕੰਟਰੋਲ ਕਰ ਸਕਦੇ ਹਾਂ। ਜ਼ਿਕਰ ਖਾਸ ਹੈ ਕਿ ਟਿੱਡੀ ਦਲ ਇੱਕ ਵਾਰ 'ਚ ਹੀ ਹਰੇ ਭਰੇ ਖੇਤਾਂ ਨੂੰ ਨਸ਼ਟ ਕਰ ਦਿੰਦਾ ਹੈ, ਜੋ ਕਿ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਹੈ, ਜਿਸ ਤੇ ਪੰਜਾਬ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਹੈ। ਪੱਟੀ ਤਰਨਤਾਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ। ਫਿਰੋਜ਼ਪੁਰ ਦੇ ਪਿੰਡ ਸੋਡੇਵਾਲਾ ਵਿੱਚ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਸਿੱਖ ਧਰਮ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਗੁਰੂਆਂ ਦਾ ਅਪਮਾਨ ਕੀਤਾ ਗਿਆ, ਜਿਸ ਦੇ ਚੱਲਦੇ ਸਤਕਾਰ ਕਮੇਟੀ ਦੇ ਜਥੇਬੰਦੀਆਂ ਵੱਲੋਂ ਉਸ ਵਿਅਕਤੀ ਨੂੰ ਲੱਭ ਕੇ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਵੇਖਦੇ ਹਾਂ ਖਾਸ ਰਿਪੋਰਟ।
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਤਕਾਰ ਕਮੇਟੀ ਦੇ ਜਥੇਦਾਰਾਂ ਵੱਲੋਂ ਇੱਕ ਵਿਅਕਤੀ ਦੀ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜਦੋਂ ਸਤਕਾਰ ਕਮੇਟੀ ਦੇ ਜਥੇਦਾਰ ਲਖਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਸੋਢੇਵਾਲਾ ਦਾ ਇੱਕ ਵਿਅਕਤੀ ਹਰਦੀਪ ਨਿਮਾਣਾ ਦੇ ਨਾਮ ਉੱਤੇ ਫੇਸਬੁੱਕ ਆਈਡੀ ਬਣਾ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ, ਸੰਤ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਕਈ ਹੋਰ ਸਿੱਖ ਧਰਮ ਦੇ ਸ਼ਹੀਦਾਂ ਬਾਰੇ ਗਲਤ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਸੀ। ਇਹ ਖਾਲਸਾ ਜੀ ਇੱਕ ਇੱਥੋਂ ਦਾ ਹਰਦੀਪ ਸਿੰਘ ਨਿਮਾਣਾ ਕੋਈ ਆਦਮੀ ਆ, ਗਣੇਸ਼ ਕਲੋਨੀ ਵਿੱਚ ਰਹਿੰਦਾ ਹੈ, ਜਿਸ ਨੇ ਬੜੇ ਲੰਮੇ ਸਮੇਂ ਤੋਂ ਸਾਡੇ ਸ਼ਹੀਦਾਂ ਦੇ ਖਿਲਾਫ, ਸਾਡੇ ਅਕਾਲ ਤਖ਼ਤ ਦੇ ਖਿਲਾਫ, ਸਾਡੀ ਸਿੱਖ ਮਰਜ਼ਾਦਾ ਦੇ ਖਿਲਾਫ, ਤੌਰ ਸਿੱਖ ਰਹਿਤ ਮਰਜ਼ਾਦਾ ਦੇ ਖਿਲਾਫ ਬਹੁਤ ਮਾੜੀ ਸ਼ਬਦਾਵਲੀ ਵਰਤ ਰਿਹਾ। ਕਈ ਵਾਰੀ ਸਿੰਘਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੰਦਾ ਹਟਿਆ ਨਹੀਂ ਗਾ। ਅਸੀਂ 2 ਵਾਰੀ ਪੁਲਿਸ ਨੂੰ ਕੰਪਲੇਂਟ ਦਿੱਤੀ ਇਹਦੇ ਖਿਲਾਫ। ਇੱਕ ਵਾਰੀ ਅੱਜ ਤੋਂ 8-10 ਦਿਨ ਪਹਿਲਾਂ ਕੰਪਲੇਂਟ ਦਿੱਤੀ SSP ਸਾਹਿਬ ਨੂੰ, ਸਾਰੇ ਨਾਲ ਪ੍ਰੂਫ ਦਿੱਤੇ, ਵਿਦ ਪ੍ਰੂਫ। ਫਿਰ ਜਥੇਬੰਦੀ ਬਾਬਾ ਸਤਨਾਮ ਸਿੰਘ ਵੱਲੀਆਂ ਨੇ ਹੋਰ ਇਹਨਾਂ ਸਿੰਘਾਂ ਦੇ ਨਾਲ ਆ ਕੇ ਫਿਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ 'ਤੇ। ਕੱਲ੍ਹ ਵੀ ਕਈ ਸਿੰਘ ਸਾਡੇ ਲੁਧਿਆਣੇ ਤੋਂ ਆਏ, ਉਹ ਵੱਖੋ ਸਿੰਘਾਂ ਨੇ ਆਣ ਕੇ ਫਿਰ SSP ਨੂੰ ਮਿਲ ਕੇ ਲਿਖਤੀ ਕੰਪਲੇਂਟ ਦਿੱਤੀ ਵੀ ਇਹ ਬੰਦਾ ਸਾਡੇ ਧਰਮ ਦੇ ਖਿਲਾਫ ਬੋਲ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਉਸ ਬੰਦੇ ਨੇ ਸਿੰਘਾਂ ਨੂੰ ਫਿਰ ਵੰਗਾਰਤਾ ਵੀ ਮੇਰੇ ਨਾਲ ਆ ਕੇ ਆਮਣ ਸਾਹਮਣੇ ਜੰਗ ਹੋਵੇਗਾ ਹੁਣ। ਫਿਰ ਸਿੰਘ ਉਹਦੇ ਘਰੇ ਗਏ, ਜਾ ਕੇ ਪੁੱਛਿਆ ਵੀ ਤੂੰ ਕਰਨਾ ਹੈ, ਘਰੇ ਉਹਦਾ ਬੂਹਾ ਖਲਾਇਆ ਤੇ ਉਹ ਬੰਦਾ ਫਿਰ ਮਾੜਾ ਬੋਲਿਆ ਸਿੰਘਾਂ ਨੂੰ, ਪੁੱਠਾ ਬੋਲਣ ਤੇ ਫਿਰ ਉੱਥੇ ਉਹਦੇ ਨਾਲ ਤੂੰ ਮੈਂ ਹੋਈ। ਜਿਹੜੀ ਤੁਸੀਂ ਵੀਡੀਓ ਵੇਖੀ ਆ ਉਹਦੇ ਨਾਲ ਚਪਟ ਵੀ ਹੋਈ। ਫਿਰ ਉਸ ਨੂੰ ਲਿਆ ਕੇ ਸਹੀ ਸਲਾਮਤ ਥਾਣੇ ਵਿੱਚ ਬੰਦ ਕਰਾਇਆ। ਪੁਲਿਸ ਨੂੰ ਕਹਿੰਦੇ ਕਾਰਵਾਈ ਕਰੋ। ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਕਿਹੜੇ ਕੌਮ ਦੇ ਸ਼੍ਰੋਮਣੀ ਸ਼ਹੀਦ ਭਾਈ ਮਣੀ ਸਿੰਘ ਜਿਨ੍ਹਾਂ ਨੇ ਕੌਮ ਲਈ ਬੰਦ ਕਟਵਾਏ, ਕਿਸੇ ਦੇ ਪਰਿਵਾਰ ਦੇ ਬਾਹਰ ਜੀ ਸ਼ਹੀਦ ਹੋਏ ਨੇ। ਬਾਬਾ ਦੀਪ ਸਿੰਘ ਉਹ ਸ਼ਹੀਦ ਨੇ ਕਿਹੜੇ ਤਲੀ ਤੇ ਸਿਰ ਰੱਖ ਕੇ ਲੜੇ ਆ ਮੁਗਲਾਂ ਨਾਲ, ਦੇਸ਼ ਨੂੰ ਯਾਦ ਕਰਾਇਆ ਉਹਨਾਂ। ਸੰਤ ਜਰਨੈਲ ਸਿੰਘ ਉਹ ਕੋਲੇ 84 ਸਾਡੇ ਸ਼ਹੀਦ ਨੇ ਜਿਹੜੇ ਹੁਣ ਟੈਂਕਾਂ ਦਾ ਮੁਕਾਬਲਾ ਕਰਕੇ ਸ਼ਹੀਦ ਹੋਏ ਨੇ। ਤੇ ਸਾਡੀ ਸਿੱਖ ਰਾਜ ਮਰਜ਼ਾਦਾ ਦੇ ਉਹ ਬੜਾ ਉਲਟ ਬੋਲਦਾ ਸੀਗਾ, ਤੇ ਸਾਡੇ ਗੁਟਕਾ ਸਾਹਿਬ ਪੋਥੀ ਸਾਹਿਬ ਦੇ ਖਿਲਾਫ ਬੋਲਦਾ ਸੀ ਬੰਦਾ। ਪਰ ਅਸੀਂ ਸਿੱਖ ਹਰ ਚੀਜ਼ ਬਰਦਾਸ਼ਤ ਕਰ ਸਕਦਾ, ਆਪਣੀ ਸ਼ਹੀਦਾਂ ਦੀ ਨਰਾਦਰੀ ਬਰਦਾਸ਼ਤ ਨਹੀਂ ਕਰਾ ਸਕਦਾ। ਕਿਹੜੇ ਦੇਸ਼ ਲਈ ਸ਼ਹੀਦ ਹੋ ਗਏ ਨੇ, ਕੌਮ ਦੇ ਸ਼ਹੀਦ ਨੇ, ਸਾਰੇ ਵਰਲਡ ਦੇ ਸਾਰੀ ਮਨੁੱਖਤਾ ਦੇ ਸ਼ਹੀਦ ਹੁੰਦੇ ਨੇ, ਸਾਂਝੇ ਸ਼ਹੀਦ ਹੁੰਦੇ ਨੇ। ਉਹਨਾਂ ਸ਼ਹੀਦਾਂ ਨੂੰ ਇੰਨੀ ਮਾੜੀ ਸ਼ਬਦਾਵਲੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਹੁਣ ਪ੍ਰਸ਼ਾਸਨ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ, ਇਸ ਦੁਸ਼ਟ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਦੀ ਪੂਰੇ ਰਿਮਾਂਡ ਲੈ ਕੇ ਇਹਦੇ ਨੂੰ ਪੁੱਛ-ਦੱਸ ਕੀਤੀ ਜਾਵੇ। ਇਹਨੂੰ ਕਿਹੜੀਆਂ ਏਜੰਸੀਆਂ ਨੇ ਬੁਲਾ ਰਹੀਆਂ ਨੇ ਤੇ ਕੌਣ ਇਹਨੂੰ ਕਹਿ ਰਿਹਾ ਸੀ ਇਹੋ ਜਿਹੇ ਬਿਆਨ ਦੇਣ ਲਈ, ਵੀ ਕੌਣ ਇਹ ਸਿੱਖਾਂ ਨੇ ਤੈਨੂੰ ਕਿੰਨੇ ਕਿਹਾ ਵੀ ਇਹਨੇ ਮਾੜੇ ਬਿਆਨ ਦੇ। ਸਤਕਾਰ ਕਮੇਟੀ ਦੇ ਜਥੇਦਾਰ ਨੇ ਕਿਹਾ ਕਿ ਵਿਅਕਤੀ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਸਮਝਾਉਣ ਤੋਂ ਬਾਅਦ ਵੀ ਉਹ ਲਗਾਤਾਰ ਸਿੱਖ ਧਰਮ ਦੇ ਬਾਰੇ ਵਿੱਚ ਅਪਸ਼ਬਦ ਬੋਲਦਾ ਰਿਹਾ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦਾ ਰਿਹਾ, ਜਿਸ ਨੂੰ ਲੈ ਕੇ ਗੁੱਸੇ ਵਿੱਚ ਆਏ ਸਿੱਖ ਜਥੇਬੰਦੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੇ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਇੱਥੇ ਇੱਕ ਦੁਸ਼ਟ ਸੀ ਜਿਹੜਾ ਦੀਪ ਇਲਾਹੀ ਦੀ ਆਈਡੀ ਦੇ ਨਾਲ ਜਾਂ ਹਰਦੀਪ ਨਿਮਾਣਾ ਦੇ ਨਾਲ ਨਾਂ ਦੇ ਆਈਡੀ ਬਣਾ ਕੇ, ਜਿਹਨੇ ਕਿ ਸਿੱਖ ਕੌਮ ਦੇ ਸ਼ਹੀਦਾਂ ਦੇ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਵਰਤੀ। ਭਾਈ ਮਣੀ ਸਿੰਘ ਜੀ ਦੇ ਨਾਂ ਦੇ ਨਾਲ ਗੰਦੇ ਸ਼ਬਦ ਲਾ ਕੇ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ, ਜੋ ਕਿ ਸਮੇਂ-ਸਮੇਂ 'ਤੇ ਦਸਤਾਰ ਦੇ ਬਾਰੇ ਵੀ ਹਰ ਤਰ੍ਹਾਂ ਕਰਕੇ ਸਿੱਖ ਧਰਮ ਦੇ ਵਿੱਚ ਉਹ ਜਿਹੜਾ ਸੀਗਾ ਇੱਕ ਗੰਦਾ ਕੀੜਾ ਪੈਦਾ ਹੋਇਆ ਸੀਗਾ। ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਕਿਉਂਕਿ ਫੇਸਬੁੱਕ 'ਤੇ ਲਾਈਕ ਹੋ ਕੇ ਸਾਰੀਆਂ ਕਰਤੂਤਾਂ ਕਰਦਾ ਸੀ। ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ 8-10 ਦਿਨ ਪਹਿਲਾਂ ਪ੍ਰਸ਼ਾਸਨ ਨੂੰ, ਮੇਰੇ ਨਾਲ ਖੜੇ ਨੇ ਇੰਟਰਨੈਸ਼ਨਲ ਪੰਥਕ ਦਲ ਦੇ ਸਾਡੇ ਪੰਜਾਬ ਪ੍ਰਧਾਨ ਭਾਈ ਲਖਵਿੰਦਰ ਸਿੰਘ ਜੀ, ਇਹਨਾਂ ਵੱਲੋਂ ਜੋ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ, ਉਹਨਾਂ ਵੱਲੋਂ ਜੋ ਡਿਊਟੀਆਂ ਲਾਈਆਂ ਗਈਆਂ ਸੀ, ਡਿਊਟੀ ਨਿਭਾਉਂਦਿਆਂ ਇੱਕ SSP ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਗਈ ਸੀ। ਉਸ ਐਪਲੀਕੇਸ਼ਨ ਦੇ ਸਰਕਾਰ ਨੇ, ਜੋ ਪ੍ਰਸ਼ਾਸਨ ਨੇ, ਕੋਈ ਏਡੀ ਖੁੱਭ ਕੇ ਕਾਰਵਾਈ ਨਹੀਂ ਕੀਤੀ, ਕਿਉਂਕਿ ਪ੍ਰਸ਼ਾਸਨ ਟਾਲ ਮਟੋਲਾ ਕਰਦਾ ਰਿਹਾ, ਲੋਕਡਾਊਨ ਦੇ ਕਈ ਬਹਾਨੇ ਲਾਉਂਦਾ ਰਿਹਾ। ਅਖੀਰ ਕੱਲ੍ਹ ਫਿਰ ਸਿੰਘਾਂ ਨੇ ਇਕੱਠੇ ਹੋ ਕੇ, ਜੋ ਕਿ ਬਰਨਾਲੇ ਤੋਂ ਕੁਝ ਸਿੰਘ ਆਏ ਸੀਗੇ, ਲੁਧਿਆਣੇ ਤੋਂ ਸਿੰਘ ਆਏ ਸੀਗੇ, ਵੱਖ-ਵੱਖ ਜਥੇਬੰਦੀਆਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ, ਉਹਨਾਂ ਦਾ ਸਹਿਯੋਗ ਸਾਡੇ ਨਾਲ ਰਿਹਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਭਾਈ ਜਸਪਾਲ ਸਿੰਘ, ਉਹਨਾਂ ਦਾ ਸਹਿਯੋਗ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਦੇ ਨਾਲ, ਅਸੀਂ ਫਿਰ ਇੱਕ ਵਾਰੀ ਥਾਣਾ ਸਦਰ ਫਿਰੋਜ਼ਪੁਰ ਦੇ SHO ਸਾਹਿਬ ਕੋਲ, ਵੀਰਬਲ ਸਾਹਿਬ ਕੋਲ ਗਏ ਹਾਂ, ਜਾ ਕੇ ਐਪਲੀਕੇਸ਼ਨ ਫਿਰ ਦੁਬਾਰਾ ਦਿੱਤੀ ਆ। ਇਸ ਬੰਦੇ ਨੇ
ਜੋ ਕਿ ਸੋਸ਼ਲ ਮੀਡੀਆ ਜਾਂ ਪੱਤਰਕਾਰ ਭਾਈ ਮੀਡੀਆ ਜਿਹੜਾ ਉੱਥੇ ਪਹੁੰਚ ਗਿਆ, ਉਹਨਾਂ ਨੇ ਸਾਡੀਆਂ ਫੋਟੋਆਂ ਲਈਆਂ। ਇਸ ਬੰਦੇ ਨੇ ਸਾਡੇ ਥਾਣੇ ਦੇ ਬਾਹਰ ਨਿਕਲੇ ਸਾਡੀਆਂ ਫਿਰ ਸੋਸ਼ਲ ਮੀਡੀਆ ਤੋਂ ਫੋਟੋ ਚੱਕ ਕੇ ਆਪਦੀ ਆਈਡੀ ਤੇ ਪਾ ਕੇ ਸਾਡੇ ਤੇ ਭੱਦੀ ਸ਼ਬਦਾਵਲੀ ਵਰਤ ਕੇ ਤੇ ਸਾਨੂੰ ਚੈਲੰਜ ਕੀਤਾ ਗਿਆ, ਜਿੱਥੇ ਕਿ ਸਿੰਘਾਂ ਨੂੰ ਫਿਰ ਜਾ ਕੇ ਉੱਥੇ ਇਹਨੂੰ ਲੱਭ ਕੇ ਇਹਨੂੰ ਤੇ ਜੋ ਕਿ ਪ੍ਰਸ਼ਾਸਨ ਜਿਹੜਾ ਸਜ਼ਾ ਨਹੀਂ ਦੇ ਸਕਦਾ ਨਾ ਦੇ ਸਕਿਆ, ਸਿੰਘਾਂ ਨੇ ਰਵਾਇਤੀ ਪੰਥਕ ਰਵਾਇਤਾਂ ਦੇ ਅਨੁਸਾਰ ਜੋ ਖਾਲਸਾ ਦੀ ਪਰੰਪਰਾ ਸਿੱਖਾਂ ਦੀ ਉਹਦੇ ਅਨੁਸਾਰ ਸਜ਼ਾ ਦਾ ਇਹਨੂੰ ਦੇ ਕੇ ਇਹਨੂੰ ਤੇ ਤਕਰੀਬਨ ਬਾ ਇੱਜ਼ਤ ਜਾ ਕੇ ਇੱਥੇ ਨੂੰ ਲਿਆ ਕੇ ਥਾਣੇ ਦੇ ਵਿੱਚ ਤੇ ਇਹਨੂੰ ਇੱਥੇ ਹਵਾਲਾ ਅਰਜ ਵੀ ਦਿੱਤਾ ਆ। ਤੇ ਸੋ ਸਾਡੀ ਮੰਗ ਆ ਪ੍ਰਸ਼ਾਸਨ ਦੇ ਕੋਲੋਂ ਕਿ ਇਹਦੇ ਤੇ ਇਹ ਸਰਚ ਕੀਤਾ ਜਾਵੇ ਕਿ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰਦੀਆਂ ਆ, ਕਿਹੜੀਆਂ ਏਜੰਸੀਆਂ ਤੋਂ ਇਹ ਪੈਸੇ ਲੈ ਕੇ ਜਾਂ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਿਹਾ ਆ। ਕਿਸੇ ਵੀ ਧਰਮ ਜਾਤੀ ਦੇ ਬਾਰੇ ਵਿੱਚ ਅਪਸ਼ਬਦ ਦੀ ਵਰਤੋਂ ਕਰਨਾ ਕਿਸੇ ਦਾ ਵੀ ਹੱਕ ਨਹੀਂ ਹੈ, ਪਰ ਇਸ ਦੇ ਬਾਵਜੂਦ ਲੋਕ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੰਦੇ ਨੇ, ਜੋ ਕਿ ਇੱਕ ਗੰਭੀਰ ਮਸਲਾ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਜਲਾਲਾਬਾਦ ਪਿਛਲੇ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਜਿੱਥੇ ਬਾਰਿਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ, ਉੱਥੇ ਹੀ ਤੇਜ਼ ਤੂਫਾਨ ਅਤੇ ਗੜੀਮਾਰੀ ਦੇ ਕਾਰਨ ਕਈ ਦਰਖਤ ਟੁੱਟ ਗਏ, ਜਿਸ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਟੁੱਟਣ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਬਿਜਲੀ ਕਈ ਘੰਟਿਆਂ ਤੱਕ ਬੰਦ ਰਹੀ। ਸ਼ਹਿਰ ਵਿੱਚ ਜ਼ਿਆਦਾਤਰ ਗਲੀਆਂ ਦੇ ਵਿੱਚ ਵਾਟਰ ਲੌਗਿੰਗ ਦੀ ਸਮੱਸਿਆ ਦੇ ਚੱਲਦੇ ਕਈ ਫੁੱਟ ਤੱਕ ਪਾਣੀ ਖੜਾ ਹੋ ਗਿਆ। ਸ਼ਹਿਰ ਵਾਸੀਆਂ ਨੇ ਜਿੱਥੇ ਗਰਮੀ ਤੋਂ ਨਿਜਾਤ ਪਾਈ, ਉੱਥੇ ਹੀ ਗਲੀਆਂ ਦੇ ਵਿੱਚ ਬਾਰਿਸ਼ ਦਾ ਪਾਣੀ ਖੜਾ ਹੋਣ ਦੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਸ਼ਹਿਰ ਵਾਸੀਆਂ ਨੇ ਮੌਸਮ ਵਿੱਚ ਆਏ ਬਦਲਾਅ ਤੇ ਖੁਸ਼ੀ ਪ੍ਰਗਟ ਕੀਤੀ ਹੈ। ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਵੱਲੋਂ ਸਿੱਧੀ ਮਸ਼ੀਨਾਂ ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ ਸੀ, ਉਹਨਾਂ ਦਾ ਆਰਥਿਕ ਤੌਰ ਤੇ ਇਸ ਨਾਲ ਨੁਕਸਾਨ ਹੋਇਆ, ਜਦਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਰਵਾਇਤੀ ਤੌਰ ਤੇ ਝੋਨੇ ਦੀ ਬਿਜਾਈ ਸ਼ੁਰੂ ਨਹੀਂ ਕੀਤੀ ਹੈ, ਉਹ ਇਸ ਬਾਰਿਸ਼ ਨੂੰ ਚੰਗਾ ਸਮਝ ਰਹੇ ਨੇ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਮੌਸਮ ਜਿਹੜਾ ਅੱਜ ਆ ਉਹ ਬੜਾ ਸੁਹਾਵਣਾ ਹੋਇਆ। ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਆ ਉਹ ਪੜਾਸ ਪੈ ਰਹੀ ਸੀ, ਗਰਮੀ ਬਹੁਤ ਜ਼ਿਆਦਾ, ਟੈਂਪਰੇਚਰ ਜਿਹੜਾ ਆ ਉਹ ਅਪ ਹੋ ਗਿਆ ਸੀਗਾ ਤੇ ਅੱਜ ਜਿਹੜਾ ਮੀਂਹ ਦੇ ਨਾਲ ਥੋੜੀ ਬਹੁਤੀ ਜਿਹੜੀ ਗੜੇਮਾਰੀ ਵੀ ਹੋਈ ਆ। ਔਰ ਕਿਸਾਨ ਵੀਰਾਂ ਦੇ ਮੈਂ ਸਮਝਦਾ ਵੀ ਜਿਨ੍ਹਾਂ ਨੇ ਝੋਨੇ ਦੀ ਸਿੱਧੀ ਜਿਹੜੀ ਆ ਉਹ ਬਜਾਈ ਕੀਤੀ ਸੀਗੀ, ਉਹਦੇ 'ਚ ਥੋੜਾ ਬਹੁਤਾ ਨੁਕਸਾਨ ਵੀ ਚਲੋ ਹੋਇਆ, ਪਰ ਮੈਂ ਸਮਝਦਾ ਵੀ ਜਿਹੜਾ ਅੱਜ ਮੀਂਹ ਪਿਆ ਇਸ ਦੇ ਨਾਲ ਜਿਹੜੀ ਲਵਾਈ ਆ ਝੋਨੇ ਦੀ ਜਿਹੜੀ ਸਿੱਧੀ ਬਜਾਈ ਆ ਉਹ ਵੱਤਰ ਥੋੜਾ ਜਿਹਾ ਹੋਰ ਅਪ ਹੋਣ ਕਾਰਨ ਬੜੀ ਵਧੀਆ ਜਿਹੜੀ ਉਹ ਸਿੱਧੀ ਬਜਾਈ ਹੋਊਗੀ। ਔਰ ਕਿਸਾਨਾਂ ਦਾ ਇਹਦੇ ਲਈ ਬੜਾ ਹੀ ਖੁਸ਼ੀ ਦੀ ਗੱਲ ਹੈ, ਔਰ ਜਿਹੜਾ ਕਿਸਾਨਾਂ ਦਾ ਇਹਦੇ ਨਾਲ ਖਰਚਾ ਵੀ ਘਟੂਗਾ। ਸੈਂਟਰ ਸਰਕਾਰ ਵੱਲੋਂ ਜਿਹੜਾ 53 ਰੁਪਏ ਝੋਨੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਗਿਆ, ਉਹ ਕਿਸਾਨ ਵੀਰਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਸਰਕਾਰ ਵੱਲੋਂ। ਜਿਹੜਾ ਕਿ ਰੇਹਾਂ ਸਪਰੇਆਂ ਦੇ ਰੇਟ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਆ, ਉਹਨਾਂ ਦੇ ਮੁਕਾਬਲੇ ਤਾਂ ਇਹ ਊਠ ਦੇ ਮੂੰਹ ਦੇ ਵਿੱਚ ਜੀਰਾ ਦੇਣ ਵਾਲੀ ਗੱਲ ਕੀਤੀ ਹੈ ਸਰਕਾਰ ਨੇ। ਸਰਕਾਰ ਨੂੰ ਚਾਹੀਦਾ ਕਿ ਸਵਾਮੀਨਾਥਨ ਰਿਪੋਰਟ ਆ ਜਿਹੜੀ ਉਹ ਲਾਗੂ ਕਰੇ ਅਤੇ ਸਰਕਾਰ ਜਿਹੜਾ ਕਿਸਾਨਾਂ ਦਾ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ, ਜਿਹੜੇ ਕਿਸਾਨ ਲੋਕਾਂ ਦੇ ਢਿੱਡ ਭਰਦੇ ਸੀਗੇ ਅਨਾਜ ਪੈਦਾ ਕਰਕੇ, ਉਹ ਸਰਫਾਸ ਖਾ ਕੇ ਜਿਹੜੇ ਉਹ ਆਪਣਾ ਢਿੱਡ ਭਰ ਰਹੇ ਆ, ਖੁਦਕੁਸ਼ੀਆਂ ਕਰ ਰਹੇ ਆ, ਫਾਹੇ ਲੈ ਰਹੇ ਆ, ਕਿ ਸਰਕਾਰ ਨੂੰ ਚਾਹੀਦਾ ਸੀ ਕਿਸਾਨਾਂ ਨਾਲ ਜਿਹੜਾ ਉਹ ਕੋਝਾ ਮਜ਼ਾਕ ਨਾ ਕਰੇ। ਰਾਤ ਦੇ ਨਾਲ ਬਹੁਤ ਵਧੀਆ ਰਾਹਤ ਮਿਲੀ ਹੈ। ਇੰਨੇ ਦਿਨਾਂ ਤੋਂ ਗਰਮੀ ਪੈ ਰਹੀ ਸੀਗੀ ਤੇ ਹੁਣ ਕਾਫੀ ਦਿਨਾਂ ਤੋਂ ਬਾਅਦ ਜਿੱਦਾਂ ਹੁਣ ਵਧੀਆ ਲੱਗ ਰਿਹਾ ਮੌਸਮ, ਬੜੀ ਜ਼ਿਆਦਾ ਬਰਸਾਤ ਹੋਈ ਹੈ ਤੇ ਜਿਵੇਂ ਕਿਤੇ ਮਾਰਕੀਟ ਨਹੀਂ ਜਾ ਪਾ ਰਹੇ ਸੀਗੇ, ਸ਼ਾਪਿੰਗ ਤੇ ਨਹੀਂ ਜਾ ਪਾ ਰਹੇ ਸੀਗੇ, ਤੇ ਹੁਣ ਅਸੀਂ ਅੱਜ ਕਾਫੀ ਰਾਹਤ ਮਹਿਸੂਸ ਕਰ ਰਹੇ ਹਾਂ। ਹਾਂਜੀ, ਦਿੱਕਤਾਂ ਤਾਂ ਜੀ ਦੇਖੋ ਗਲੀਆਂ 'ਚ ਪਾਣੀ ਖੜਾ ਹੋ ਗਿਆ, ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਸਾਡੇ ਪੇੜ ਗਿਰ ਗਏ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਤੇ ਪਰ ਇਹ ਹੈ ਵੀ ਮੌਸਮ ਬਹੁਤ ਵਧੀਆ ਹੋ ਗਿਆ, ਜਿੱਦਾਂ ਪਹਿਲਾਂ ਨਾਲੋਂ ਹੁਣ ਬਹੁਤ ਵਧੀਆ ਲੱਗ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਆਪਰੇਸ਼ਨ ਬਲੂ ਸਟਾਰ ਦੀ ਵਰੇਗੰਢ 6 ਤਰੀਕ ਨੂੰ ਮਨਾਈ ਜਾਵੇਗੀ। ਇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਉੱਥੇ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਚ ਅਧਿਕਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਿਵਲ ਡਰੈਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਤੈਨਾਤ ਕੀਤੇ ਗਏ ਨੇ। ਇਹ ਇੱਕ ਤੇ ਜਿਹੜੀ ਆ ਕੋਵਿਡ-19 ਦੇ ਸੰਬੰਧ ਵਿੱਚ ਵੀ ਅਸੀਂ ਜਿਹੜੇ ਉਹ ਚੱਲ ਰਹੀ ਆ ਅਵੇਅਰਨੈਸ ਜਿੰਨੀ ਵੀ ਚੱਲ ਰਹੀ ਉਹਦੇ ਰਿਗਾਰਡਿੰਗ ਵੀ ਫਲੈਗ ਮੈਚ ਕੀਤਾ ਗਿਆ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਇਹੋ ਜਿਹੜਾ ਘੱਲੂਘਾਰਾ ਵੀਕ ਮਨਾਇਆ ਜਾ ਰਿਹਾ, ਉਹਦੇ ਸੰਬੰਧ ਵਿੱਚ ਵੀ ਸਿਕਿਉਰਿਟੀ ਪ੍ਰਬੰਧ ਜਿਹੜੇ ਕੀਤੇ ਗਏ। ਸਰ ਬਾਹਰਲੇ ਜ਼ਿਲ੍ਹੇ ਤੋਂ ਵੀ ਪੁਲਿਸ ਬੁਲਾਈ ਗਈ ਹੈ ਜੀ? ਹਾਂਜੀ, ਬਾਹਰਲੇ ਜ਼ਿਲ੍ਹਿਆਂ ਤੋਂ ਕੁਝ ਜਿੱਦਾਂ ਬਟਾਲੀਅਨਸ ਵਗੈਰਾ ਉਹਨਾਂ ਤੋਂ ਵੀ ਕੋਈ ਫੋਰਸ ਜਿਹੜੀ ਆ ਮੰਗਾਈ ਗਈ। ਉਹ ਇੰਤਜ਼ਾਮ ਕੀਤੇ ਗਏ ਸੰਗਤਾਂ ਜਿਹੜੀਆਂ ਆਉਣ ਦੀ ਆਮਦ ਦੀ ਆਸ਼ੰਕਾ ਵੀ ਸੰਗਤਾਂ ਵੀ ਆਉਣਗੇ, ਗਰਮਸ਼ਾਲੀ ਵੀ ਆਉਣਗੇ, ਕੋਈ ਪੁਖਤਾ ਪ੍ਰਬੰਧ ਕੀਤੇ ਗਏ ਨੇ? ਕੋਈ ਵੀ ਅੰਸਕਾਂ ਵੀ? ਬਿਲਕੁਲ ਜੀ, ਪੁਖਤਾ ਪ੍ਰਬੰਧ ਹਰੇਕ ਤਰ੍ਹਾਂ ਦੇ ਕੀਤੇ ਗਏ ਆ। ਹਰੇਕ ਜਿਹੜਾ ਵਾ ਕੋਈ ਉਹ ਪਹਿਲਾਂ ਤਾਂ ਇੱਥੇ ਜਿਹੜੇ SGPC ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤਾ ਗਿਆ, ਘਰ 'ਚ ਬੈਠ ਕੇ ਹੀ ਜਿਹੜਾ ਵਾ
ਸਿਮਰਨ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਆਉਣਗੇ ਉਹਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਚੈੱਕ ਕਰਾਂਗੇ ਸਿਕਿਉਰਿਟੀ ਪੁਲਿਸ ਪ੍ਰਸ਼ਾਸਨ ਨੂੰ, ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਸੰਗਤਾਂ ਜਿਹੜੀਆਂ ਵੀ ਘਰ ਰਹਿ ਕੋਵਿਡ-19 ਜਿਹੜਾ ਵਾ ਉਹ ਚੱਲ ਰਿਹਾ ਵਾ ਤੇ ਉਸ ਦੇ ਵਿੱਚ ਜਿਹੜੀ ਆ ਪਬਲਿਕ ਨੂੰ ਤੇ ਮੇਰੇ ਹਿਸਾਬ ਨਾਲ ਆ ਜਿਹੜਾ ਵਾ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਬਾਹਰ ਆਉਣਾ ਚਾਹੀਦਾ ਆ। ਜੇ ਨਹੀਂ ਕੋਈ ਜ਼ਰੂਰਤ ਤੇ ਨਾ ਆਉਣ ਤੇ ਜ਼ਿਆਦਾ ਬੈਟਰ ਰਹੂਗਾ ਤੇ ਆਉਣ ਵਾਲਾ ਸਮਾਂ ਸਾਰੇ ਖੁਸ਼ ਰਵਾਂਗੇ, ਲੋਕ ਵੀ ਖੁਸ਼ ਰਹਿਣਗੇ ਤੇ ਪ੍ਰਸ਼ਾਸਨ ਵੀ ਖੁਸ਼। ਘਰਾਂ ਦੇ ਬਸ ਵੀ ਆ ਤੇ ਗੁਰਪੁਰਬ ਵੀ ਆ, ਪ੍ਰਕਾਸ਼ ਦਿਵਸ ਗੁਰੂ ਹਰਗੋਬਿੰਦ ਜੀ ਦਾ, ਤੇ ਸੰਗਤਾਂ ਨੇ ਤੇ ਆਉਣ ਦੀ ਕੋਸ਼ਿਸ਼ ਤੇ ਕਰਨਗੇ ਜੀ, ਪਰ ਸਾਡੇ ਵੱਲੋਂ ਤਾਂ ਅਪੀਲ ਇਹੋ ਹੀ ਆ ਵੀ ਜੇ ਉਹ ਘਰ ਰਹਿ ਕੇ ਵੀ ਸਿਮਰਨ ਕੀਤਾ ਜਾ ਸਕਦਾ ਆ, ਫਿਰ ਜਦੋਂ ਮਾਹੌਲ ਥੋੜਾ ਠੀਕ ਹੋ ਜਾਂਦਾ ਉਦੋਂ ਆ ਕੇ ਦਰਸ਼ਨ ਕਰ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸੁੰਦਰ ਸ਼ਾਮ ਅਰੋੜਾ ਨੇ ਜਲੰਧਰ 'ਚ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ, ਸੂਬੇ ਦੇ ਉਦਯੋਗਾਂ ਨੂੰ ਦੁਬਾਰਾ ਉੱਭਰਨ ਦਾ ਦਿੱਤਾ ਭਰੋਸਾ। ਸ਼੍ਰੋਮਣੀ ਅਕਾਲੀ ਦਲ ਵਰਕਰ ਦੇ ਕਾਤਲ ਨੇ ਕੀਤਾ ਅਦਾਲਤ 'ਚ ਸਰੈਂਡਰ, ਅਦਾਲਤ ਨੇ ਗੁਰਦੀਪ ਸਿੰਘ ਨੂੰ ਭੇਜਿਆ 2 ਦਿਨ ਦੀ ਪੁਲਿਸ ਰਿਮਾਂਡ ਤੇ। ਲੁਧਿਆਣਾ 'ਚ ਬੀਤੇ ਦਿਨ ਹੋਈ ਗੈਂਗ ਵਾਰ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ, ਭਰਾ ਤੇ ਹੋਏ ਹਮਲੇ ਦਾ ਲਿਆ ਬਦਲਾ। ਤਰਨਤਾਰਨ ਵਿਖੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਦਿੱਤਾ ਗਿਆ ਧਰਨਾ, ਆਪਣੀਆਂ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਐਸਡੀਐਮ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ। ਅੱਜ ਦੇ ਬੁਲੇਟਿਨ ਦੇ ਵਿੱਚ ਨਹੀਂ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.